ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ मीडिया के माध्यम राही इस अस्थान तो सरवण करदियां हो उन्हां चल रही लड़ीवार विचारां दे नाल आपां सांझ पाइए। विचारां आरंभण तो पहलां सतगुरु जी किरपा करन अपना रहमत भरिया हथ सिर ते रखण। मालिक आप प्रश्नां उत्ते वरत के अपनी बाणी दियां विचारां आप करवा लैण और आप सरबत संगत बख्शो असीस कोई रसना वांझी ना रहे। दोवे हथ जोड़ अपनियां मन बिरतियां एकागर करदियां लवाओ गुरु चरना विच हाजरी अदब सहित सरबत संगत मिल करके उचारण करो जी सतनाम श्री वाहे गुरु साहिब जी। एक बार फिर करो मन बिरतियां एकागर दोवें हाथ जोड़ करो सतगुरु जी नूं नमस्कार और मिल के आखो जी सतनाम श्री वाहे गुरु साहिब जी। वाहे गुरु साहिब जी। श्लोक भगत कबीर जियो के एक ओंकार सत गुर प्रसाद। कबीर बिकारह चितवते झूठे करते आस। मनोरथ कोई ना पूरे हो चाले ऊठ निरास। जिस पावन शब्द का पाठ आप संगत ने सरवण किया है ये पावन बचन भगत कबीर साहिब जी की रसना तो उचारण किया होया। श्लोक भगत कबीर जीओ के सिरलेख हेठ गुरु ग्रंथ साहिब पातशाह जी दे पावन अंग 1375 दे उपर सुभाईमान है। इहदे तो पहला 204 श्लोकां तक दी विचार आप संगत ने कल दे दीवाना तक सरवण कीती। अज अगलेरे श्लोकां दा पाठ आप संगत ने सरवण कीता। भगत कबीर साहिब जी ने जिहड़ा अज जिक्र कीता उहदे विच ना भगत जी ने उन्हां मनुखां दी गल कीती जिहड़े सारी जिंदगी विकारां नूं चितवदे रह जांदे ने।
ਔਰ ਵਿਕਾਰਾਂ ਨੂੰ ਚਿਤਵਦੇ ਹੋਏ ਕਈ ਤਰ੍ਹਾਂ ਦੀਆਂ ਆਸਾਵਾਂ, ਕਈ ਤਰ੍ਹਾਂ ਦੀਆਂ ਭਾਵਨਾਵਾਂ ਔਰ ਕਈ ਤਰ੍ਹਾਂ ਦੇ ਜਿਹੜੇ ਮਨੋਰਥ ਨੇ ਉਹਨਾਂ ਦਾ ਖਿਆਲ ਆਪਣੇ ਹਿਰਦੇ ਵਿੱਚ ਬਣਾ ਲੈਂਦੇ ਨੇ। ਔਰ ਉਹਨਾਂ ਦੇ ਬਣੇ ਹੋਏ ਜਿਹੜੇ ਖਿਆਲ ਨੇ, ਜੋ ਮਨੋਰਥ ਬਣੇ ਹੈ, ਜਦੋਂ ਮਨੋਰਥ ਦਾ ਅਖਰੀ ਅਰਥ ਪੜ੍ਹਦੇ ਆ ਤੇ ਮਨੋਰਥ, ਜਿਨ੍ਹਾਂ ਸਾਡੇ ਮਨ ਨੂੰ ਰੱਥ ਤੇ ਚੜਾ ਕੇ ਤੇ ਭਜਾ ਲੈਣਾ ਹੈ, ਮਤਲਬ ਮਨ ਦੀ ਦੌੜ ਭੱਜ, ਉਹਨੂੰ ਕਿਹਾ ਜਾਂਦਾ ਮਨੋਰਥ, ਜਿਹਦੇ ਮਗਰ ਮਨ ਦੌੜੇ ਭੱਜੇ। ਭਗਤ ਜੀ ਕਹਿੰਦੇ ਵੀ ਵਿਕਾਰਹਿ ਚਿਤਵਤੇ, ਕੀ ਕੀਤਾ ਸਾਰੀ ਜ਼ਿੰਦਗੀ? ਵਿਕਾਰਾਂ ਨੂੰ ਚਿਤਵਿਆ, ਚਿਤੇ ਕੀਤਾ। ਔਰ ਵਿਕਾਰਾਂ ਨੂੰ ਚਿਤਵਦਿਆਂ ਹੋਇਆਂ ਝੂਠੇ ਕਰਤੇ ਆਸ, ਕਈ ਤਰ੍ਹਾਂ ਦੀਆਂ ਆਸਾਵਾਂ ਜਿਹੜੀਆਂ ਉਹ ਆਪਣੇ ਮਨ ਵਿੱਚ ਲਾਈਆਂ, ਔਰ ਉਹ ਆਸਾਵਾਂ ਵੀ ਝੂਠੀਆਂ ਨੇ। ਉਹਨਾਂ ਆਸਾਵਾਂ ਦਾ ਕੋਈ ਟਿਕਾਣਾ ਨਹੀਂ, ਜਾਂ ਉਹ ਆਸਾਵਾਂ ਦਾ ਕੋਈ ਮਤਲਬ ਨਹੀਂ ਹੈ, ਸਿਰਫ ਹੈ ਨਹੀਂ, ਹੈਨ ਜ਼ਰੂਰ ਉਹ ਆਸਾਵਾਂ, ਪਰ ਹੈਨ ਝੂਠੀਆਂ। ਜਿਵੇਂ ਕੁਝ ਚੀਜ਼ਾਂ ਇਨਸਾਨ ਆਪਣੇ ਜੀਵਨ ਦੇ ਅੰਦਰ ਸੋਚ ਲੈਂਦਾ ਹੈ, ਜਿਵੇਂ ਆਹ ਕੰਮ ਕਰਨਾ ਹੈ, ਜਾਂ ਇਸ ਚੀਜ਼ ਨੂੰ ਮੈਂ ਆਪਣੀ ਜ਼ਿੰਦਗੀ 'ਚ, ਵਸਤੂ ਨੂੰ ਆਪਣੇ ਜੀਵਨ 'ਚ ਹਾਸਲ ਕਰਨਾ ਹੈ, ਉਹ ਇੱਕ ਮਨੋਰਥ ਹੈ। ਔਰ ਉਹ ਜਿਹੜੀ ਵਸਤੂ ਨੂੰ ਹਾਸਲ ਕਰਨ ਦੀ ਸੋਚ ਹੈ ਨਾ, ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਉਸ ਵਸਤੂ ਨੂੰ ਹਾਸਲ ਨਹੀਂ ਕਰ ਸਕਦਾ। ਉਹਨੇ ਵਸਤੂ ਨੂੰ ਹਾਸਲ ਕਰ ਲੈਣਾ, ਕਿਉਂਕਿ ਉਹਨੇ ਆਪਣੇ ਮਨ ਦੇ ਵਿੱਚ ਇੱਕ ਆਸ ਬੰਨੀ ਹੈ ਵੀ ਮੈਂ ਇਸ ਵਸਤੂ ਨੂੰ ਜਾਂ ਇਸ ਪਦਾਰਥ ਨੂੰ, ਮੈਂ ਇਸ ਮੁਕਾਮ ਨੂੰ ਹਾਸਲ ਕਰਨਾ ਹੈ। ਬੰਦੇ ਨੇ ਬੰਨ ਲਈ ਆਸ। ਔਰ ਜਿਹੜੀ ਆਸ ਮਨੁੱਖ ਨੇ ਆਪਣੇ ਹਿਰਦੇ 'ਚ ਬੰਨੀ ਹੈ ਨਾ, ਤੇ ਚੇਤੇ ਰੱਖਿਓ, ਬੰਦਾ ਉਸ ਆਸ ਦੇ ਮੁਤਾਬਕ ਫਿਰ ਕੰਮ ਕਰਦਾ, ਕਰਮ ਕਰਦਾ ਉਸ ਆਸ ਮੁਤਾਬਕ। ਤੇ ਜਦੋਂ ਆਸ ਮੁਤਾਬਕ ਕਰਮ ਕਰੇਗਾ, ਸੁਭਾਵਿਕ ਜਿਹੀ ਗੱਲ ਹੈ, ਉਹ ਆਸ ਪੂਰੀ ਹੋਏਗੀ। ਜਦੋਂ ਆਸ ਆਪਣੇ ਮਨ 'ਚ ਰੱਖ ਲਈ, ਹੁਣ ਰੱਖੀ ਹੋਈ ਆਸ ਮੁਤਾਬਕ ਬੰਦਾ ਕਰਮ ਕਰਦਾ ਹੈ, ਕਰਮ ਕਰੇਗਾ, ਆਸ ਪੂਰੀ ਹੋ ਜਾਏਗੀ। ਪਰ ਉਹ ਆਸ ਪੂਰੀ ਹੋਈ ਸਾਡੇ ਮਨ ਨੂੰ ਸਕੂਨ ਨਹੀਂ ਜੇ ਦੇ ਸਕਦੀ। ਕਾਰਨ ਕੀ ਹੈ? ਉਹ ਆਸ ਪੂਰੀ ਹੋ ਜਾਣ ਤੋਂ ਬਾਅਦ ਵਿੱਚ ਸਾਡੇ ਮਨ ਨੇ ਹੋਰ ਆਸ ਅੱਗੇ ਰੱਖ ਲੈਣੀ ਹੈ। ਇਸੇ ਕਰਕੇ ਮਾਲਕ ਜੀ ਨੇ ਬਾਣੀ ਚ ਆਖਿਆ ਸੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਕਰ ਲਾ ਇਕੱਠਾ ਕਿੰਨਾ ਕੁ ਕੁਛ ਹੁੰਦਾ। ਤੇ ਮਾਲਕ ਨੇ ਇੱਥੋਂ ਤੱਕ ਕਹਿਤਾ, ਕਹਿੰਦੇ ਦਾਵਾ ਕਰਦਾ ਮੈਂ ਇਸ ਗੱਲ ਦਾ ਵੀ ਤੇਰੀ ਭੁੱਖ ਸਾਰੀ ਜ਼ਿੰਦਗੀ ਨਹੀਂ ਨਿਕਲਣੀ, ਭਾਵੇਂ ਤੂੰ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰਕੇ ਤੇ ਆਪਣੇ ਕੋਲ ਰੱਖ ਲਾ, ਕਿਉਂਕਿ ਮਨ ਨਹੀਂ ਨਾ ਕਾਬੂ 'ਚ। ਅੱਜ ਦਾ ਜਿਹੜਾ ਪਹਿਲਾ ਸ਼ਲੋਕ ਭਗਤ ਜੀ ਨੇ ਬਖਸ਼ਿਸ਼ ਕੀਤਾ ਹੈ ਨਾ, ਇਸ ਪਹਿਲੇ ਸ਼ਲੋਕ ਦੇ ਅੰਦਰ ਉਹਨਾਂ ਨੇ ਸਾਰੀ ਬਾਤ ਹੀ ਮਨ ਦੀ ਕੀਤੀ ਹੈ, ਕਿਉਂਕਿ ਮਨੋਰਥ ਜਿਹੜਾ ਹੈ ਉਹ ਮਨ ਦਾ ਹੀ ਹੋਣਾ ਹੈ। ਸਰੀਰ ਦਾ ਕਦੇ ਮਨੋਰਥ ਨਹੀਂ ਹੈ। ਸਰੀਰ ਭੱਜ ਦੌੜ ਕਰਦਾ ਜ਼ਰੂਰ ਹੈ, ਪਰ ਸਰੀਰ ਦੀ ਭੱਜ ਦੌੜ ਕੇਵਲ ਮਨ ਕਰਕੇ ਹੈ। ਜੇ ਮਨ ਟਿਕਿਆ ਹੋਵੇ, ਸਰੀਰ ਕਿਵੇਂ ਭੱਜ ਦੌੜ ਕਰ ਲਏਗਾ? ਜੇ ਮਨ ਸਾਡਾ ਇੱਕ ਜਗ੍ਹਾ ਤੇ ਸਥਿਰ ਹੈ, ਮਨ ਟਿਕ ਗਿਆ, ਮਨ ਦੀਆਂ ਵਿਚਾਰਾਂ ਮੁੱਕ ਗਈਆਂ, ਮਨ ਦੇ ਵਲਵਲੇ ਮੁੱਕ ਗਏ, ਮਨ ਦੇ ਸ਼ੰਕੇ ਮੁੱਕ ਗਏ, ਮਨ ਦੀਆਂ ਇੱਛਾਵਾਂ ਖਤਮ ਹੋ ਗਈਆਂ। ਜਦੋਂ ਮਨ ਦੀਆਂ ਇੱਛਾਵਾਂ ਖਤਮ ਹੋ ਗਈਆਂ, ਉਹਨੇ ਸਰੀਰ ਨੂੰ ਕਮਾਂਡ ਦੇਣੀ ਬੰਦ ਕਰ ਦੇਣੀ ਹੈ। ਜਦੋਂ ਸਰੀਰ ਨੂੰ ਕਮਾਂਡ ਦੇਣੀ ਬੰਦ ਕਰਤੀ, ਤੇ ਸਰੀਰ ਕਿਵੇਂ ਤੁਰ ਪਏਗਾ?
ਕਾਇਆ ਨਹੀਂ ਤੁਰੇਗੀ। ਇਨਸਾਨ ਉਨੀ ਦੇਰ ਹੀ ਭੱਜ ਦੌੜ ਕਰਦਾ ਜਿੰਨੀ ਦੇਰ ਇਹਦਾ ਮਨ ਭੱਜ ਦੌੜ ਵਿੱਚ ਲੱਗਾ ਹੋਇਆ। ਜਦੋਂ ਮਨ ਟਿਕ ਜਾਂਦਾ ਹੈ ਨਾ ਇਨਸਾਨ ਦੀ ਜ਼ਿੰਦਗੀ ਚੋਂ, ਭੱਜ ਦੌੜ ਖਤਮ ਹੋ ਕੇ ਇੱਕ ਸਹਿਜ ਜਿਹਾ ਜੀਵਨ 'ਚ ਆ ਜਾਂਦਾ, ਇੱਕ ਅਡੋਲ ਅਵਸਥਾ ਜਿਹੜੀ ਉਹ ਜ਼ਿੰਦਗੀ 'ਚ ਆ ਜਾਂਦੀ, ਇੱਕ ਟਿਕਾ ਜੀਵਨ 'ਚ ਆ ਜਾਂਦਾ। ਕਿਉਂਕਿ ਸਰੀਰ ਨੂੰ ਕਮਾਂਡ ਦੋ ਚੀਜ਼ਾਂ ਨੇ ਦੇਣੀ ਹੈ। ਇੱਕ ਮਨ ਦੇਗਾ, ਮਨ ਦੀਆਂ ਇੱਛਾਵਾਂ ਮੁੱਕ ਗਈਆਂ। ਜਦੋਂ ਮਨ ਦੀਆਂ ਇੱਛਾਵਾਂ ਮੁੱਕੀਆਂ, ਖਿਆਲ ਕਰਿਓ ਉਸ ਤੋਂ ਬਾਅਦ 'ਚ ਸਰੀਰ ਨੇ ਫਿਰ ਵੀ ਕੰਮ ਕਰਨਾ ਹੈ, ਬਾਡੀ ਫਿਰ ਵੀ ਚੱਲਣੀ ਹੈ। ਬਸ ਇਹ ਕਹਿ ਸਕਦੇ ਆ ਵੀ ਜਿਹੜੀ ਭੱਜ ਦੌੜ ਸੀ ਨਾ, ਵੀ ਮਨ ਕਹਿੰਦਾ ਸੀ ਆ ਵੀ ਕੰਮ ਕਰ ਲਾ, ਪਰ ਇੱਥੋਂ ਤੇਰਾ ਨੁਕਸਾਨ ਹੋ ਰਿਹਾ, ਤੂੰ ਇਦਾਂ ਕਰ ਹੁਣ ਦੂਜੇ ਪਾਸੇ ਦੌੜ। ਉਹ ਦੂਜੇ ਪਾਸੇ ਦੌੜ ਪੈਂਦਾ ਸੀ। ਮਨ ਦੇ ਵਲਵਲੇ ਅਜੇ ਤੁਰੇ ਫਿਰਦੇ ਨੇ। ਤੇ ਸਰੀਰ ਕਰਕੇ ਜੇ ਅਸੀਂ ਆਪਣੇ ਆਪ ਨੂੰ ਕੰਟਰੋਲ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਨਾ, ਤੇ ਖਿਆਲ ਰੱਖਿਓ ਜਿੰਨਾ ਚਿਰ ਮਨ ਸਾਡਾ ਕਾਬੂ 'ਚ ਨਹੀਂ ਨਾ, ਅਸੀਂ ਆਪਣੇ ਸਰੀਰ ਨੂੰ ਕਾਬੂ 'ਚ ਨਹੀਂ ਕਰ ਸਕਦੇ। ਸਾਰੀ ਖੇਡ ਹੀ ਮਨ ਦੀ ਹੈ। ਮਨ ਕਾਬੂ 'ਚ ਆ ਗਿਆ, ਸਰੀਰ ਨੂੰ ਦੁੱਖ ਕਸ਼ਟ ਦੇਣ ਦੀ ਲੋੜ ਨਹੀਂ ਪਏਗੀ। ਕਾਇਆ ਨੇ ਆਪਣੇ ਆਪ ਕਾਬੂ 'ਚ ਆ ਜਾਣਾ ਹੈ। ਉਦੋਂ ਬਾਅਦ 'ਚ ਕਾਇਆ ਕੰਮ ਕਰਦੀ ਹੈ, ਫਿਰ ਮਨ ਦੀ ਕਮਾਂਡ ਤੇ ਨਹੀਂ ਚੱਲਣਾ, ਫਿਰ ਇਹਨੇ ਚੱਲਣਾ ਆਤਮਾ ਦੀ ਕਮਾਂਡ ਤੇ। ਫਿਰ ਮਨ ਦੀ ਕਮਾਂਡ ਤੇ ਨਹੀਂ ਚੱਲੇਗੀ ਕਾਇਆ, ਫਿਰ ਮਨ ਦਾ ਕਿਹਾ ਨਹੀਂ ਮੰਨੇਗੀ। ਕਾਇਆ ਨੇ ਫਿਰ ਆਤਮਾ ਦਾ ਕਿਹਾ ਹੋਇਆ ਮੰਨਣਾ। ਤੇ ਜਦੋਂ ਆਤਮਾ ਦਾ ਕਿਹਾ ਮੰਨੇਗੀ, ਤੇ ਚੇਤੇ ਰੱਖਿਓ ਸਰੀਰ ਕਦੇ ਮਾੜਾ ਕੰਮ ਨਹੀਂ ਕਰੇਗਾ, ਕਿਉਂਕਿ ਆਤਮਾ ਚੋਂ ਕਦੇ ਗਲਤ ਆਵਾਜ਼ ਨਹੀਂ ਜੇ ਆਉਂਦੀ। ਮਨ ਇੱਕ ਅਲੱਗ ਚੀਜ਼ ਹੈ, ਆਤਮਾ ਇੱਕ ਅਲੱਗ ਬਾਤ ਹੈ। ਆਤਮਾ ਨੇ ਹਮੇਸ਼ਾ ਚੰਗੇ ਵਿਚਾਰ ਦੇਣੇ, ਕਿਉਂਕਿ ਪਰਮਾਤਮਾ ਦਾ ਇੱਕ ਵਿਛੜਿਆ ਹੋਇਆ ਅੰਸ਼ ਹੈ, ਇੱਕ ਜੋਤ ਹੈ। ਤੇ ਫਿਰ ਜਿਹੜਾ ਮਨ ਹੁਣ ਉਸ ਆਤਮਾ ਤੋਂ ਵਿਛੜ ਗਿਆ, ਉਸ ਮਨ ਨੂੰ ਫਿਰ ਚੇਤੇ ਕਰਾਇਆ ਕਿ ਮਨਾ ਤੂੰ ਉਸੇ ਦਾ ਹੀ ਰੂਪ ਹੈ, ਉਹਦਾ ਰੂਪ ਬਣ ਜਾ। ਜਦੋਂ ਉਹਦਾ ਬਣ ਜਾਏਗਾ ਤੂੰ ਮਾੜੇ ਵਿਚਾਰ ਛੱਡ ਦੇਂਗਾ। ਤੇ ਸਤਿਗੁਰੂ ਕਹਿੰਦੇ ਪਰ ਬੰਦਾ ਜਿਹੜਾ ਹੈ ਬੇਕਾਰ ਹੈ, ਚਿਤਵ ਤੇ ਸਾਰੀ ਜ਼ਿੰਦਗੀ ਵਿਕਾਰ ਹੀ ਚਿਤਵ ਦਾ ਰਹਿ ਗਿਆ। ਇਹਨੇ ਕਦੇ ਸੋਚਿਆ ਹੀ ਨਹੀਂ ਸੀ ਵੀ ਮੈਂ ਕੋਈ ਚੰਗਾ ਵੀ ਕੰਮ ਕਰਨਾ। ਮਾਲਕ ਜੀ ਦੀ ਬਾਣੀ ਦਾ ਇੱਕ ਪਾਵਨ ਬਚਨ ਹੈ, ਜਿੱਥੇ ਆ ਕੇ ਸਤਿਗੁਰੂ ਕਹਿੰਦੇ ਅਜਹੋਂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਅਜੇ ਵੀ ਵਿਕਾਰ ਛੱਡਣ ਨੂੰ ਤਿਆਰ ਨਹੀਂ। ਤੇ ਇੱਕ ਨਾ ਸਤਿਗੁਰੂ ਜੀ ਦਾ ਬਾਣੀ ਦਾ ਪਾਵਨ ਬਚਨ ਹੈ, ਜਿੱਥੇ ਆ ਕੇ ਮਾਲਕ ਨੇ ਮਨੁੱਖ ਨੂੰ ਨਾ ਇਹਦੀ ਅਸਲੀਅਤ ਦਰਸਾਈ। ਪਤਾ ਕੀ, ਬੰਦਾ ਕਈ ਵਾਰੀ ਨਾ ਜਦੋਂ ਇਹਦਾ ਜ਼ੋਰ ਨਾ ਚੱਲੇ, ਇਹਦਾ ਵਸ ਨਾ ਚੱਲੇ, ਤੇ ਆਪਣੇ ਆਪ ਨੂੰ ਦੁਨੀਆ ਵਿੱਚ ਚੰਗਾ ਸਾਬਤ ਕਰਨ ਲਈ ਕਹਿੰਦਾ ਮੈਂ ਤੇ ਆਪੇ ਹੀ ਛੱਡਤਾ। ਮੈਂ ਕਿਹਾ ਚਲੋ ਛੱਡੋ, ਕੀ ਕਰਨਾ ਹੈ। ਪਰ ਸਤਿਗੁਰੂ ਕਹਿੰਦੇ ਖਿਆਲ ਰੱਖੀ ਤੂੰ ਛੱਡਣ ਵਾਲਾ ਨਹੀਂ ਸੀ। ਅਸਲ ਦੇ ਵਿੱਚ ਨਾ ਤੇਰੀ ਕਾਇਆ ਨੇ ਤੇਰਾ ਸਾਥ ਨਹੀਂ ਦਿੱਤਾ। ਇਸੇ ਤਰ੍ਹਾਂ ਸ਼ਾਇਦ ਬੰਦਾ ਵਿਕਾਰ ਵੀ ਨਾ ਛੱਡੇ, ਭੈੜੇ ਕਰਮ ਵੀ ਨਾ ਛੱਡੇ। ਜਦੋਂ ਸਰੀਰਕ ਇੰਦਰੀਆਂ ਜਵਾਬ ਦੇ ਦਿੰਦੀਆਂ ਨਾ, ਉਦੋਂ ਬਾਅਦ ਚ ਇਹ ਹੁਣ ਸਰੀਰਕ ਇੰਦਰੀਆਂ ਜਵਾਬ ਦੇ ਗਈਆਂ। ਬੰਦੇ ਨੇ ਵਿਕਾਰ ਨਹੀਂ ਛੱਡੇ, ਬੰਦੇ ਨੇ ਭੈੜੀ ਸੋਚ ਨਹੀਂ ਛੱਡੀ, ਬੰਦੇ ਨੇ ਭੈੜੀ ਮੱਤ ਨਹੀਂ ਛੱਡੀ, ਪਰ ਸਰੀਰਕ ਇੰਦਰੀਆਂ ਜਵਾਬ ਦੇ ਗਈਆਂ। ਹੁਣ ਇੰਦਰੀ ਕਾ ਬਲ ਥਾਕਾ, ਜਦੋਂ ਇੰਦਰੀ ਦਾ ਬਲ ਥੱਕ ਗਿਆ, ਉਹਦੀ ਤਾਕਤ ਮੁੱਕ ਗਈ, ਉਦੋਂ ਬਾਅਦ ਚ ਬੰਦਾ ਕਹਿੰਦਾ ਮੈਂ ਕਿਹਾ ਸਾਰੀ ਜ਼ਿੰਦਗੀ ਵਿਕਾਰ ਹੀ ਕਮਾਏ ਨੇ, ਹੁਣ ਚੰਗਾ ਕਰ ਲਓ। ਫਿਰ ਬੰਦੇ ਨੇ ਆਪਣੇ ਆਪ ਨੂੰ ਹੀ ਉੱਚਾ ਰੱਖਣ ਦੇ ਲਈ ਨਾ ਇਹ ਵੀ ਕਹਿਤਾ ਮੈਂ ਕਿਹਾ ਸਾਰੀ ਜ਼ਿੰਦਗੀ ਵਿਕਾਰ ਹੀ ਕਮਾਏ, ਹੁਣ ਚੰਗਾ ਕਰ ਲਈਏ ਕਿਤੇ। ਉਹ ਚੰਗਾ ਕਰਨਾ ਨਹੀਂ ਸੱਜਣਾ, ਤੂੰ ਅੱਜ ਵੀ ਚੰਗਾ ਨਾ ਕਰਦਾ ਜੇ ਤੇਰੇ ਸਰੀਰ ਤੇਰਾ ਅੱਜ ਵੀ ਸਾਥ ਦਿੰਦਾ, ਤੇ ਉਹਦਾ ਤੇਰਾ ਬਲ ਮੁੱਕ ਗਿਆ, ਉਹ ਤੇ ਤੇਰੀ ਤਾਕਤ ਮੁੱਕ ਗਈ। ਅੱਜ ਤੇਰੇ ਤੋਂ ਭੱਜਿਆ ਨਹੀਂ ਜਾਂਦਾ, ਤਾਂ ਕਰਕੇ ਤੂੰ ਅੱਜ ਚੋਰੀ ਕਰਨੀ ਛੱਡਤੀ। ਜੇ ਕਿਤੇ ਭੱਜਿਆ ਜਾਂਦਾ ਤੇ ਤੂੰ ਚੋਰੀ ਅੱਜ ਵੀ ਕਰਕੇ ਦੌੜਦਾ।
ਉਹ ਤੇ ਅੱਜ ਤੇਰੇ ਕੋਲੋਂ ਲੜਿਆ ਨਹੀਂ ਜਾਂਦਾ, ਅੱਜ ਤੇਰੇ ਕੋਲੋਂ ਝਗੜਿਆ ਨਹੀਂ ਜਾਂਦਾ, ਕਿਉਂਕਿ ਤੇਰੀਆਂ ਬਾਹਾਂ ਵਿਚਲਾ ਬਲ ਮੁੱਕ ਗਿਆ। ਜੇ ਕਿਤੇ ਅੱਜ ਵੀ ਲੜਿਆ ਤੇ ਝਗੜਿਆ ਜਾਂਦਾ, ਗਰੀਬਾਂ ਨੂੰ ਤੂੰ ਅੱਜ ਵੀ ਲਤਾੜਦਾ। ਤੂੰ ਇਹ ਨਾ ਕਹਿ ਵੀ ਮੈਂ ਛੱਡਤਾ। ਨਹੀਂ ਸੱਜਣਾ, ਤੇਰੇ ਸਰੀਰ ਨੇ ਤੇਰੇ ਤੋਂ ਛਡਵਾਤਾ। ਕਿਉਂਕਿ ਮਨ ਐਸਾ ਵੀ ਅਜਹੋਂ ਬੇਕਾਰ ਨਾ ਛੋੜਈ, ਉਹ ਛੱਡ ਨਹੀਂ ਸਕਦਾ। ਉਹ ਤੇ ਮਾਲਕ ਪਾਤਸ਼ਾਹ ਕਹਿੰਦੇ ਵਿਕਾਰ ਹੈ ਚਿਤਵਤੇ। ਹੁਣ ਉਹਨਾਂ ਵਿਕਾਰਾਂ ਨੂੰ ਚਿਤਵਦਿਆਂ ਹੋਇਆਂ ਨਾ ਝੂਠੇ ਕਰਤੇ ਆਸ, ਇਹਨੇ ਕਈ ਤਰ੍ਹਾਂ ਦੀਆਂ ਆਸਾਵਾਂ ਝੂਠੀਆਂ ਹੀ ਆਪਣੇ ਮਨ ਚ ਲਾ ਲਈਆਂ। ਬੰਦੇ ਨੇ ਕਈ ਤਰ੍ਹਾਂ ਦੀਆਂ ਸੋਚਾਂ ਸੋਚੀਆਂ ਨਾ ਮਨ ਵਿੱਚ, ਤੇ ਚੇਤੇ ਰੱਖਿਓ ਜਿੰਨਾ ਸਾਡਾ ਮਨ ਆਸਾਵਾਂ ਵਿੱਚ ਹੋਏਗਾ, ਇੱਛਾਵਾਂ ਵਿੱਚ ਹੋਏਗਾ, ਉਹਨਾਂ ਸਾਡੇ ਜੀਵਨ ਦਾ ਸਕੂਨ ਮੁੱਕ ਜਾਏਗਾ। ਜਿੰਨੀਆਂ ਮਨ ਦੀਆਂ ਇੱਛਾਵਾਂ ਘਟਣਗੀਆਂ, ਜ਼ਿੰਦਗੀ 'ਚ ਓਨਾ ਹੀ ਸਕੂਨ ਮਿਲੇਗਾ। ਜਿੰਨੀਆਂ ਮਨ ਦੀਆਂ ਇੱਛਾਵਾਂ ਘਟਣਗੀਆਂ, ਜਿੰਨੀਆਂ ਮਨ ਦੀਆਂ ਇੱਛਾਵਾਂ ਵੱਧਦੀਆਂ ਜਾਣਗੀਆਂ, ਓਨਾ ਹੀ ਸਕੂਨ ਘਟਦਾ ਜਾਏਗਾ। ਜਿੰਨੀਆਂ ਇੱਛਾਵਾਂ ਘਟਣਗੀਆਂ, ਓਨਾ ਸਕੂਨ ਵੱਧਦਾ ਜਾਏਗਾ। ਅੱਜ ਸਾਡੇ ਸਕੂਨ ਖਤਮ ਹੋਣ ਦਾ ਕਾਰਨ ਕੀ ਹੈ? ਕਿਉਂਕਿ ਮਨ ਦੀਆਂ ਇੱਛਾਵਾਂ ਹੀ ਬੜੀਆਂ ਵੱਧ ਚੁੱਕੀਆਂ ਨੇ। ਮਨ ਤੇ ਜਿਹੜਾ ਇੰਨਾ ਕੁ ਜ਼ਿਆਦਾ ਇੱਛਾਵਾਂ ਦਾ ਭੰਡਾਰ ਚੁੱਕੀ ਫਿਰਦਾ, ਇੱਕ ਆਸ ਪੂਰੀ ਹੁੰਦੀ, ਉਸੇ ਆਸ ਨੂੰ ਲੈ ਕੇ ਦੂਜੀ ਰੱਖ ਲੈਂਦਾ। ਉਹ ਦੂਜੀ ਆਸ ਪੂਰੀ ਹੁੰਦੀ ਹੈ, ਫਿਰ ਤੀਜੀ ਤਿਆਰ ਹੈ, ਤੀਜੀ ਆਸ ਪੂਰੀ ਹੁੰਦੀ, ਫਿਰ ਚੌਥੀ ਇੱਛਾ ਰੱਖੀ ਬੈਠਾ ਵੀ ਹੁਣ ਆਹ ਕੁਛ ਕਰਨਾ। ਆਸਾਵਾਂ ਹੀ ਨੇ। ਇੱਕ ਆਸ ਪੂਰੀ ਹੁੰਦੀ, ਬੰਦਾ ਬੜਾ ਖੁਸ਼। 4 ਦਿਨ ਲੰਘਦੇ, ਦੂਜੀ ਆਸ ਖੜੀ, ਦੂਜੀ ਪੂਰੀ ਕਰ ਲੈਂਦਾ ਬੰਦਾ, ਫੇਰ ਖੁਸ਼। 4 ਦਿਨ ਫਿਰ ਲੰਘੇ, ਤੀਜੀ ਆਸ ਫਿਰ ਖੜੀ, ਬੰਦਾ ਉਹ ਵੀ ਪੂਰੀ ਕਰਨ ਨੂੰ ਦੌੜਦਾ। ਹੁਣ ਉਹ ਪੂਰੀ ਨਹੀਂ ਹੋਈ, ਬੰਦਾ ਬੇਚੈਨ ਹੋ ਗਿਆ। ਹੁਣ ਭਾਵਨਾ ਨਹੀਂ ਪੂਰੀ ਹੋਈ, ਹੁਣ ਇੱਛਾ ਪੂਰੀ ਨਹੀਂ ਹੋਈ। ਜਦੋਂ ਇੱਛਾ ਪੂਰੀ ਨਹੀਂ ਹੋਏਗੀ, ਬੰਦਾ ਬੇਚੈਨ ਹੈ। ਜ਼ਿੰਦਗੀ 'ਚ ਸਕੂਨ ਕਿੱਦਾਂ ਮਿਲ ਜਾਏਗਾ? ਜਿਹਦੇ ਮਨ ਦੀਆਂ ਇੱਛਾਵਾਂ ਹੀ ਇੰਨੀਆਂ ਜ਼ਿਆਦੀਆਂ ਨੇ। ਇਸੇ ਕਰਕੇ ਸਤਿਗੁਰੂ ਨੇ ਕਹਿਤਾ ਸੀ, ਉਹ ਸੱਜਣਾ ਤੇਰੀ ਹਾਲਤ ਤੇ ਉਸ ਬਾਂਦਰ ਵਰਗੀ ਹੈ, ਜਿਹੜਾ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਮਨ ਬੌਰਾ ਰੇ, ਛੂਟਣ ਕੋ ਸਹਸਾ ਪਰਿਓ, ਨਾਚਿਓ ਘਰ ਘਰ ਬਾਰ। ਤੇਰੇ ਹਾਲਾਤ ਤੇ ਉਦਾਂ ਦੇ ਬਣ ਗਏ। ਮਰਕਟ ਕਿਹਾ ਜਾਂਦਾ ਇੱਕ ਬਾਂਦਰ ਨੂੰ, ਮੁਸ਼ਤੀ ਮੁੱਠੀ ਅਨਾਜ ਕੀ, ਹੱਥ 'ਚ ਛੋਲਿਆਂ ਦੀ। ਮਾਲਕ ਨੇ ਉੱਥੇ ਬਾਂਦਰ ਨੂੰ ਫੜੇ ਜਾਣ ਦਾ ਇੱਕ ਤਰੀਕਾ ਦੱਸਿਆ। ਜਿਹੜਾ ਮਦਾਰੀ ਨਾ, ਉਹ ਬੜੀ ਵਧੀਆ ਤਰਕੀਬ ਲਾਉਂਦਾ। ਉਹ ਜ਼ਮੀਨ 'ਚ ਇੱਕ ਕੁੱਜੇ ਨੂੰ ਦੱਬ ਦਿੰਦਾ, ਸੁਰਾਹੀ ਨੂੰ, ਸੁਰਾਹੀ ਕਹਿ ਲੋ ਵੀ, ਜਿਹਦਾ ਮੂੰਹ ਉੱਤੋਂ ਇੰਨਾ ਕਹਿ ਵੀ ਜੇ ਬਾਂਦਰ ਉਹਦੇ 'ਚ ਹੱਥ ਪਾਵੇ ਪੈ ਜਾਏ, ਤੇ ਜੇ ਮੁੱਠੀ ਬੰਦ ਕਰਕੇ ਕੱਢੇ ਤੇ ਨਿਕਲਣਾ ਕੋਈ ਨਹੀਂ। ਇੰਨਾ ਕੁ ਆਕਾਰ ਉਹਦਾ, ਉੱਪਰੋਂ ਕਹਿ ਲਓ ਵੀ ਇੰਨੀ ਕੁ ਖੁੱਲੀ ਹੈ ਉਹ ਤੋਂ। ਹੁਣ ਉਹਨੇ ਭਰਤੀ ਛੋਲਿਆਂ ਦੇ ਨਾਲ। ਜਦੋਂ ਉਹ ਸਾਰੀ ਦੀ ਸਾਰੀ ਸੁਰਾਗੀ ਛੋਲਿਆਂ ਨਾਲ ਭਰਤੀ, ਬਾਂਦਰ ਆ ਗਿਆ ਉੱਥੇ, ਲੱਗ ਗਿਆ ਖਾਣ। ਹੁਣ ਜਿੰਨਾ ਚਿਰ ਤੇ ਉੱਤੋਂ ਨਿਕਲਦੇ ਆਏ ਉਹਨਾਂ ਚਿਰ ਖਾਂਦਾ ਰਿਹਾ, ਪਰ ਹੁਣ ਲਾਲਚ ਵੀ ਹੈ ਨਾ ਵੀ ਛੱਡਣਾ ਨਹੀਂ, ਸਾਰੀ ਖਾ ਕੇ ਹੀ ਜਾਣਾ। ਤੇ ਉਹਨੇ ਜਿਵੇਂ ਜਿਵੇਂ ਖਾਂਦਾ ਗਿਆ, ਉਵੇਂ ਉਵੇਂ ਛੋਲੇ ਘਟਦੇ ਗਏ, ਹੇਠਾਂ ਜਾਂਦੇ ਗਏ। ਹੁਣ ਕੀ ਹੋ ਗਿਆ, ਇੰਨੀ ਕੁ ਹੇਠਾਂ ਚਲੇ ਗਏ ਵੀ ਬਾਂਦਰ ਦਾ ਹੱਥ ਵਿੱਚ ਚਲਾ ਗਿਆ, ਉਹਨੇ ਮੁੱਠੀ ਭਰ ਲਈ। ਹੁਣ ਜਦੋਂ ਮੁੱਠੀ ਭਰ ਲਈ ਤੇ ਉਹ ਬਾਹਰ ਨਹੀਂ ਨਿਕਲਦੀ। ਹੁਣ ਜੇ ਬਾਹਰ ਕੱਢਣੀ ਹੈ ਤੇ ਮੁੱਠੀ ਖੋਲਣੀ ਪੈਣੀ ਹੈ। ਉਹ ਖੋਲਣ ਨੂੰ ਤਿਆਰ ਕੋਈ ਨਹੀਂ। ਮਦਾਰੀ ਆਉਂਦਾ, ਫੜਦਾ, ਪਾਉਂਦਾ, ਗਲ 'ਚ ਸੰਗਲ ਤੇ ਲੈ ਜਾਂਦਾ, ਮੁੜ ਕੇ ਨਚਾਉਂਦਾ ਕੱਲੇ ਕੱਲੇ ਘਰ ਦੇ ਅੱਗੇ। ਤੇ ਇੱਥੇ ਕਹਿ ਸਕਦੇ ਆ ਵੀ ਜੇ ਮਦਾਰੀ ਨੇ ਕੋਈ 100-200 ਰੁਪਈਆ ਉਹ ਛੋਲੇ ਲਿਆਉਣ ਤੇ ਲਾਇਆ ਨਾ, ਖਰਚ ਕੇ ਉਹਨੇ ਸਾਰਾ ਇੰਤਜ਼ਾਮ ਕਰਕੇ, ਸੁਰਾਹੀ ਵਿੱਚ ਪਾ ਕੇ, ਮਿਹਨਤ ਉਹਨੇ ਕੀਤੀ, ਪਾ ਕੇ ਉਹਨੇ ਰੱਖੇ। ਹੁਣ ਉਹਨੇ ਜਿੰਨੀ ਮਿਹਨਤ ਕੀਤੀ ਹੈ ਨਾ, ਉਹਨੇ ਕੱਲਾ ਕੱਲਾ ਰੁਪਈਆ ਵਸੂਲਣਾ। ਹੁਣ ਫਿਰ ਉਹ ਕੱਲਾ ਕੱਲਾ ਰੁਪਈਆ ਕਿਦਾਂ ਵਸੂਲਦਾ? ਕੱਲੀ ਕੱਲੀ ਗਲੀ 'ਚ ਕੱਲੇ ਕੱਲੇ ਘਰ ਦੇ ਅੱਗੇ ਬਾਂਦਰ ਨੂੰ ਨਚਾਉਂਦਾ ਵੀ ਹੁਣ ਨੱਚ, ਮੈਂ ਤੈਨੂੰ ਫੜਿਆ। ਤੇ ਹੁਣ ਤੇਰੇ ਤੇ ਮੈਂ ਖਰਚਾ ਵੀ ਕੀਤਾ,
ਤੈਨੂੰ ਫੜਨ ਲੱਗਿਆ ਮੈਂ ਮਿਹਨਤ ਵੀ ਕੀਤੀ। ਹੁਣ ਬਾਂਦਰ ਨੂੰ ਸੋਟੀ ਤੋਂ ਡਰਦੇ ਨੂੰ ਨੱਚਣਾ ਪੈਂਦਾ ਹੈ। ਫਿਰ ਨੱਚਦਾ, ਫਿਰ ਮਦਾਰੀ ਦਾ ਪੇਟ ਚੱਲਦਾ, ਉਹ ਆਪਣੇ ਪੇਟ ਦੀ ਪੂਰਤੀ ਕਰਦਾ, ਉਹਦਾ ਘਰ ਦਾ ਗੁਜ਼ਾਰਾ ਚੱਲਦਾ ਹੈ, ਨਚਾਉਂਦਾ ਉਹ ਬਾਂਦਰ ਨੂੰ ਹੈ। ਬਸ ਆ ਬਾਂਦਰ ਜਿਹੜਾ ਨਾ ਸਾਡਾ ਮਨ ਹੈ, ਵੀ ਇਹਨੇ ਲਾਲਚ ਵਸ਼ ਹੋ ਕੇ ਭੱਜੇ ਹੀ ਜਾਣਾ, ਤੁਰੇ ਹੀ ਜਾਣਾ, ਕਿਤੇ ਨਾ ਕਿਤੇ ਲਈ ਇਹਨੇ ਸਾਨੂੰ ਲਈ ਹੀ ਜਾਣਾ। ਉਹ ਜਿਵੇਂ ਬਾਂਦਰ ਛੋਲਿਆਂ ਦੀ ਮੁੱਠ ਖਾਣ ਵੇਲੇ ਹਰ ਵਕਤ ਤਤਪਰ ਰਹਿੰਦਾ ਸੀ ਨਾ, ਵੀ ਮੈਂ ਤੇ ਖਾਣੇ ਹੀ ਖਾਣੇ ਨੇ। ਉਹ ਸੱਜਣਾ, ਜੇ ਤੂੰ ਕਿਤੇ ਉਹ ਛੋਲਿਆਂ ਦੀ ਮੁੱਠ ਛੱਡ ਦਿੰਦਾ ਨਾ ਤੇ ਕਦੇ ਕੈਦੀ ਨਹੀਂ ਸੀ ਬਣਦਾ। ਤੇ ਮਨਾ, ਜੇ ਕਿਤੇ ਤੂੰ ਵੀ ਆਸਾਵਾਂ ਛੱਡ ਦਿੰਦਾ ਤੇ ਇੰਨਾ ਬੇਚੈਨ ਨਹੀਂ ਸੀ ਹੁੰਦਾ। ਪਰ ਤੂੰ ਆਪਣੀਆਂ ਆਸਾਵਾਂ ਛੱਡੀਆਂ ਨਹੀਂ, ਤੇ ਜੇ ਨਾ ਛੱਡੀਆਂ ਤੇ ਆ ਨਾ ਛੱਡਣ ਦਾ ਹੁਣ ਨਤੀਜਾ ਹੈ ਕਿ ਤੂੰ ਆਪਣੀ ਜ਼ਿੰਦਗੀ 'ਚ ਬੇਚੈਨ ਹੋ ਕੇ ਫਿਰ ਰਿਹਾ ਹੈ। ਲੱਭੋ ਹਾਂ ਅੱਜ ਦੇ ਸਮੇਂ 'ਚ ਉਹ ਇਨਸਾਨ ਜਿਹੜਾ ਸਕੂਨ ਦੀ ਜ਼ਿੰਦਗੀ ਜਿਉਂਦਾ ਹੋਵੇ। ਤੇ ਜੇ ਸਕੂਨ ਦੀ ਜ਼ਿੰਦਗੀ ਆਪਾਂ ਵੇਖਣੀ ਨਾ ਕਿਸੇ ਦੀ, ਦੁਨੀਆ ਤੇ ਸ਼ਾਇਦ ਉਹਨੂੰ ਵੇਖ ਕੇ ਕਹਿ ਦਿੰਦੀ ਹੋਏਗੀ ਵੀ ਇਹ ਮੈਂਟਲੀ ਅਪਸੈਟ ਹੈ, ਪਾਗਲ ਹੈ। ਉਹਦੇ ਸਰੀਰ ਤੇ ਕੱਪੜੇ ਵੀ ਕੋਈ ਬਹੁਤੇ ਚੰਗੇ ਨਹੀਂ, ਪਾਟੀਆਂ ਲੀਰਾਂ ਪਾਈ ਫਿਰਦਾ, ਸਿਰ ਦੇ ਕੇਸ ਵੀ ਕੋਈ ਬਹੁਤੇ ਸਾਫ਼ ਨਹੀਂ, ਉਹ ਵੀ ਗੰਦਲੇ ਮਿੱਟੀ ਨਾਲ ਭਰੇ, ਸਰੀਰ ਵੀ ਕੋਈ ਬਹੁਤਾ ਸੋਹਣਾ ਨਹੀਂ, ਉਹ ਵੀ ਗੰਦਗੀ ਨਾਲ ਭਰਿਆ ਪਿਆ, ਪਰ ਉਹ ਮਸਤ ਜਿਹਾ ਹੋ ਕੇ ਤੁਰਿਆ ਫਿਰਦਾ, ਉਹਨੂੰ ਪਰਵਾਹ ਕਿਸੇ ਦੀ ਨਹੀਂ, ਚਿੰਤਾ ਉਹਨੂੰ ਕਿਸੇ ਦੀ ਨਹੀਂ। ਉਹ ਆਪੇ ਹੀ ਤੁਰਿਆ ਫਿਰਦਾ, ਕਦੇ ਕਿਸੇ ਪਾਸੇ ਤੁਰਿਆ ਜਾਂਦਾ, ਕਦੇ ਕਿਸੇ ਪਾਸੇ ਤੁਰਿਆ ਜਾਂਦਾ, ਪਰ ਫਿਕਰ ਕੋਈ ਨਹੀਂ, ਕਿਉਂ ਮਨ ਦੀਆਂ ਇੱਛਾਵਾਂ ਹੀ ਨਹੀਂ। ਇਉਂ ਕਹਿ ਲਓ ਵੀ ਜਿੰਨੇ ਸੋਚਣਾ ਸੀ ਉਹ ਸੋਚਣ ਵਾਲੀ ਚੀਜ਼ ਹੀ ਉਹਦੀ ਖਰਾਬ ਹੋ ਗਈ, ਦਿਮਾਗ ਹੀ ਖਰਾਬ ਹੋ ਗਿਆ ਉਹਦਾ। ਹੁਣ ਉਹ ਸੋਚਣ ਨਹੀਂ ਦਿੰਦਾ। ਹੁਣ ਦਿਮਾਗ ਖਰਾਬ ਤੋਂ ਭਾਵ ਇਹ ਨਹੀਂ ਵੀ ਅਸੀਂ ਆਪਣਾ ਦਿਮਾਗ ਜਿਹੜਾ ਉਹਨੂੰ ਖਰਾਬ ਕਰ ਲੈਣਾ, ਅਸੀਂ ਪਾਗਲ ਹੋ ਜਾਣਾ, ਨਹੀਂ। ਭਾਵ ਇਹ ਹੈ, ਦਿਮਾਗ ਵਿੱਚ ਜਦੋਂ ਉਹ ਸੋਚਾਂ ਆਣਗੀਆਂ ਨਾ ਤੇ ਉਦੋਂ ਅਸੀਂ ਫਿਰ ਕੋਈ ਨਾ ਕੋਈ ਕਾਰ ਵਿਹਾਰ ਦੌੜ ਭੱਜ ਕਰਾਂਗੇ ਹੀ ਕਰਾਂਗੇ। ਜਦੋਂ ਦਿਮਾਗ 'ਚੋਂ ਸੋਚਾਂ ਆਉਣੀਆਂ ਬੰਦ ਹੋ ਗਈਆਂ ਨਾ, ਵਿਚਾਰ ਆਉਣੇ ਬੰਦ ਹੋ ਗਏ, ਮਨ ਬਣਨਾ ਬੰਦ ਹੋ ਗਿਆ, ਸੰਕਲਪ ਵਿਕਲਪ ਬੰਦ ਹੋ ਗਏ, ਜ਼ਿੰਦਗੀ ਵਿੱਚ ਸਕੂਨ ਉਦੋਂ ਹੀ ਹੈ। ਉਦੋਂ ਪਹਿਲਾਂ ਸਾਡੇ ਕੋਲ ਸਕੂਨ ਨਹੀਂ ਹੈ, ਜੋ ਮਰਜ਼ੀ ਕਰ ਲਓ। ਇਹ ਤੇ ਕਦੇ ਵੀ ਆਪਣੇ ਜੀਵਨ 'ਚ ਅਸੀਂ ਵਿਚਾਰ ਲੈ ਕੇ ਹੀ ਨਾ ਆਈਏ ਵੀ ਜੇ ਮੇਰੀ ਆਹ ਇੱਛਾ ਪੂਰੀ ਹੋ ਗਈ ਨਾ ਤੇ ਮੇਰੀ ਜ਼ਿੰਦਗੀ 'ਚ ਸਕੂਨ ਮਿਲ ਜਾਣਾ ਮੈਨੂੰ, ਨਹੀਂ। ਉਹ ਪੂਰੀ ਇੱਛਾ ਹੋਣ ਤੋਂ ਬਾਅਦ 'ਚ ਸਾਡੀ ਇੱਛਾ ਨੇ ਹੋਰ ਵੱਧ ਜਾਣਾ, ਪ੍ਰਬਲ ਹੋ ਜਾਣਾ ਉਹਨੇ ਹੋਰ। ਜਦੋਂ ਹੋਰ ਪ੍ਰਬਲ ਹੋਏਗੀ, ਐਵੇਂ ਨਹੀਂ ਸੀ ਸਤਿਗੁਰੂ ਜੀ ਨੇ ਬਾਣੀ 'ਚ ਆਖਿਆ ਵੀ ਮਨ ਦੀਆਂ ਇੱਛਾਵਾਂ ਤੇ ਐਸੀਆਂ ਨੇ, ਮਨ ਦੀਆਂ ਭਾਵਨਾਵਾਂ ਤੇ ਐਸੀਆਂ ਨੇ ਕਿ ਉਹ ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਜਿਵੇਂ ਅੱਗ ਕਦੇ ਬਾਲਣ ਨਾਲ ਨਹੀਂ ਨਾ ਰੱਜਦੀ, ਉਦਾਂ ਮਨ ਕਦੇ ਇੱਛਾਵਾਂ ਪੂਰੀਆਂ ਕਰਵਾ ਕੇ ਨਹੀਂ ਰੱਜਦਾ। ਕਦੇ ਅੱਗ ਨੇ ਕਿਹਾ ਹੱਥ ਜੋੜ ਕੇ ਵੀ ਬਸ ਕਰ, ਬੜਾ ਬਾਲਣ ਪਾਦਾ ਤੂੰ ਮੇਰੇ 'ਚ, ਵੀ ਮੈਂ ਥੱਕ ਗਈ ਬਲ ਬਲ ਕੇ। ਉਹਦੇ 'ਚ ਇੱਕ ਲੱਕੜ ਪਾਵਾਂਗੇ ਉਹਨੇ ਉਹ ਵੀ ਸਾੜ ਦੇਣਾ, ਜੇ ਉਹਦੇ 'ਚ 2 ਲੱਕੜਾਂ ਸੁੱਟ ਦਾਂਗੇ ਉਹਨੇ ਉਹ ਵੀ ਸਾੜ ਦੇਣੀ ਆ, ਜੇ ਉਹਦੇ 'ਚ 1 ਕੁਆਂਟਲ ਲੱਕੜ ਦੇ ਪਾ ਦਾਂਗੇ ਤੇ ਉਹਨੇ ਉਹ ਵੀ ਸਾੜ ਦੇਣੀ ਹੈ। ਤੇ ਇੱਥੋਂ ਤੱਕ ਜੇ ਅਸੀਂ ਘਰ ਨੂੰ ਅੱਗ ਲਾ ਦਾਂਗੇ ਨਾ ਤੇ ਅੱਗ ਨੇ ਇਹ ਨਹੀਂ ਕਹਿਣਾ ਉਹ ਸੱਜਣਾ ਮੈਨੂੰ ਬਾਲਣ ਵਾਲਾ ਤੂੰ ਹੈ, ਮੈਂ ਤੇਰਾ ਘਰ ਨਹੀਂ ਸਾੜਨਾ, ਉਹਨੇ ਉਹ ਵੀ ਸਾੜ ਦੇਣਾ। ਤੇ ਘਰ ਨੂੰ ਸੜਨ ਤੋਂ ਬਾਅਦ ਵਿੱਚ ਜਦੋਂ ਘਰ ਸੜ ਗਿਆ ਤੇ ਅੱਗ ਨੇ ਇਹ ਨਹੀਂ ਕਹਿਣਾ ਮੈਂ ਇੱਕ ਘਰ ਸਾੜਤਾ ਹੁਣ ਮੈਂ ਥੱਕ ਗਈ ਆ, ਉਹ ਜਿੰਨਾ ਚਿਰ ਉਹਨੂੰ ਬੁਝਾਉਂਦੇ ਨਹੀਂ ਉਹਨੇ ਗਾਂਹ ਤੋਂ ਗਾਂਹ ਤੁਰੀ ਜਾਣਾ। ਅੱਗ ਬੁਝਾਉਣ ਦੀ ਬਾਤ ਹੁੰਦੀ ਹੈ, ਅੱਗ ਨੂੰ ਥੋੜੀ ਕਰਨ ਦੀ ਬਾਤ ਨਹੀਂ ਹੁੰਦੀ। ਕਿਉਂਕਿ ਜੇ ਅਸੀਂ ਇਹ ਸੋਚ ਕੇ ਬੈਠੇ ਹਾਂ ਨਾ ਇਹਦੇ ਉੱਤੇ ਵਸਤੂਆਂ ਪਾ ਦਿਓ ਜੀ, ਹੋਰ ਵਸਤੂਆਂ ਪਾ ਦਿਓ, ਤੇ ਖਿਆਲ ਕਰਿਓ ਉਹ ਜਿੰਨਾ ਬਾਲਣ ਅਸੀਂ ਪਾਵਾਂਗੇ ਉਹਨੇ ਅੱਗ ਨੂੰ ਦਬਾ ਲੈਣਾ, ਪਰ ਅੰਦਰੋਂ ਅੰਦਰ ਅੱਗ ਨੇ ਧੁਖੀ ਜਾਣਾ। ਤੇ ਜਿੰਨਾ ਚਿਰ ਅੱਗ ਧੁਖ ਰਹੀ ਹੈ, ਜਿੰਨਾ ਚਿਰ ਅੱਗ ਮੱਚ ਰਹੀ ਹੈ, ਇੱਕ ਸਮਾਂ ਐਸਾ ਆਏਗਾ ਉਹਨੇ ਵੱਡਾ ਭਾਂਬੜ ਬਣ ਕੇ ਨਿਕਲਣਾ ਤੇ ਸ਼ਾਇਦ ਫਿਰ ਸਾਡੇ ਤੋਂ ਕਾਬੂ ਵੀ ਨਾ ਹੋਵੇ। ਮਨ ਵੀ ਇਸੇ ਤਰ੍ਹਾਂ ਹੀ ਹੈ। ਜਿਵੇਂ ਜਿਵੇਂ ਇੱਛਾਵਾਂ ਪੂਰੀਆਂ ਹੁੰਦੀਆਂ ਜਾਣਗੀਆਂ ਅੱਗ ਨੇ ਮੱਚਦੇ ਜਾਣਾ, ਮਨ ਨੂੰ ਪਤਾ ਲੱਗ ਜਾਣਾ ਵੀ ਮੇਰੀ ਤੇ ਹਰ ਆਸ ਪੂਰੀ ਹੋ ਰਹੀ ਹੈ। ਚੋਰ ਚੋਰੀ ਕਰਨ ਵਾਲਾ ਜਿੱਦਣ ਪਹਿਲੇ ਦਿਨ ਚੋਰੀ ਕਰਦਾ ਉਦਣ ਵੱਡੇ ਘਰਾਂ 'ਚ ਡਾਕਾ ਨਹੀਂ ਮਾਰਦਾ, ਵੱਡੇ ਰਾਜਿਆਂ ਨੂੰ ਨਹੀਂ ਜਾ ਕੇ ਲੁੱਟਦਾ, ਪਹਿਲੇ ਦਿਨ ਤੇ ਉਹ ਕਿਸੇ ਗਰੀਬ ਦੇ ਹੱਥ 'ਚੋਂ ਖੋ ਕੇ ਹੀ ਭੱਜਦਾ ਹੈ। ਸ਼ੁਰੂ ਕਰਦਾ ਜਦੋਂ ਚੋਰੀ ਕਰਨੀ
ਉਹ ਇੱਕ ਵਾਰੀ ਚੋਰੀ ਕਰਕੇ ਮਨ ਨੂੰ ਹੌਸਲਾ ਬਣ ਗਿਆ ਵੀ ਨਹੀਂ ਮੈਂ ਚੋਰੀ ਕਰ ਲੈਣੀ ਹੈ। ਹੁਣ ਉਹਨੇ ਇੱਕ ਦੀ ਬਜਾਏ 2 ਤੋਂ 4 ਤੋਂ ਖੋਣਾ ਸ਼ੁਰੂ ਕਰ ਲਿਆ। ਹੌਲੀ ਹੌਲੀ ਉਹ ਲੋਕਾਂ ਦੇ ਘਰਾਂ 'ਚੋਂ ਚੋਰੀ ਕਰਨ ਲੱਗ ਜਾਂਦਾ ਹੈ। ਲੋਕਾਂ ਦੇ ਘਰਾਂ 'ਚ ਇੱਕ ਵਾਰ ਚੋਰੀ ਕੀਤੀ ਕਿਸੇ ਗਰੀਬ ਦੇ ਘਰ 'ਚ, ਮਨ ਨੂੰ ਹੌਸਲਾ ਪੈ ਗਿਆ, ਲੈ ਆਪਾਂ ਗਰੀਬਾਂ ਦੇ ਘਰ 'ਚ ਚੋਰੀ ਕਿਉਂ ਕਰਨੀ, ਅੱਜ ਤੋਂ ਵੱਡੇ ਬੰਦਿਆਂ ਦੇ ਘਰਾਂ 'ਚ ਕਰਾਂਗੇ। ਹੌਸਲਾ ਬਣ ਜਾਂਦਾ, ਉਹ ਮਨ ਨੇ ਚੋਰ ਬਣਾਤਾ। ਤੇ ਮਾਲਕ ਕਹਿੰਦੇ ਬੇਕਾਰ ਹੈ ਚਿਤਵ ਤੇ ਝੂਠੇ ਕਰਤੇ ਆਸ। ਇਹਨੇ ਆਸਾਵਾਂ ਵੀ ਝੂਠੀਆਂ ਲਾ ਲੀਆਂ। ਤੇ ਦੂਜੇ ਪਾਸੇ ਨਾਲ ਸਤਿਗੁਰੂ ਕਹਿੰਦੇ ਮਨੋਰਥ ਕੋਏ ਨਾ ਪੂਰਿਓ। ਮਨੋਰਥ ਇਹਦਾ ਕੋਈ ਵੀ ਪੂਰਾ ਨਹੀਂ ਹੋਇਆ, ਕਿਉਂਕਿ ਮਨੋਰਥ ਜਿਹੜਾ ਹੈ ਨਾ, ਇੱਛਾ ਜਿਹੜੀ ਹੈ ਉਹ ਕਦੇ ਪੂਰੀ ਨਹੀਂ ਹੋਏਗੀ, ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ। ਜੇ ਅੱਜ ਆਪਣੇ ਕੋਲ, ਇਹ ਮੈਂ ਸਿਰਫ ਇੱਕ ਸੰਸਾਰਕ ਉਦਾਹਰਨ ਰੱਖਣ ਲੱਗਿਆ, ਅੱਜ ਕੋਈ ਬੰਦਾ ਕਿਰਾਏ ਤੇ ਰਹਿੰਦਾ ਨਾ, ਰੈਂਟ ਦੇ ਮਕਾਨ ਤੇ ਰਹਿ ਰਿਹਾ, ਉਹਨੂੰ ਇੱਕ ਆਸ ਹੈ ਮੇਰੇ ਕੋਲ ਆਪਣਾ ਘਰ ਹੋਵੇ, ਭਾਵੇਂ ਇੱਕ ਹੀ ਕਮਰਾ ਹੋਵੇ ਪਰ ਹੋਵੇ ਆਪਣਾ। ਉਹ ਭੱਜਦਾ, ਬੜੀ ਮਿਹਨਤ ਕਰਦਾ, ਉਹਨੇ ਥਾਂ ਖਰੀਦ ਲਈ, ਬੜਾ ਖੁਸ਼ ਹੋਇਆ ਵੀ ਮੈਂ ਜਗ੍ਹਾ ਖਰੀਦ ਲਈ। ਹੁਣ ਉਹਨੇ ਆਪਣੀ ਆਸ ਵੀ ਪੂਰੀ ਕਰ ਲਈ ਵੀ ਇੱਕੋ ਹੀ ਕਮਰਾ ਹੋਵੇ ਪਰ ਹੋਵੇ ਮੇਰਾ ਆਪਣਾ। ਉਹਨੇ ਇੱਕ ਕਮਰਾ ਪਾ ਲਿਆ। ਹੁਣ ਇੱਕ ਕਮਰਾ ਪਾ ਕੇ ਰਹਿਣ ਲੱਗ ਗਿਆ, ਪਰ ਉੱਥੇ ਰਹਿੰਦਾ ਸੋਚਦਾ ਹੈ ਵੀ ਇੱਕ ਕਮਰੇ ਨਾਲ ਤੇ ਸਰਿਆ ਹੀ ਨਹੀਂ, ਹੁਣ ਇੱਕ ਹੋਰ ਹੋਣਾ ਚਾਹੀਦਾ ਹੈ। ਉਹ ਫੇਰ ਭੱਜਣ ਲੱਗ ਪਿਆ, ਫੇਰ ਦੌੜਨ ਲੱਗ ਪਿਆ, ਫੇਰ ਮਿਹਨਤ ਕਰਨ, ਉਹਨੇ ਇੱਕ ਹੋਰ ਪਾ ਲਿਆ। ਹੁਣ ਉਹ 2 ਕਮਰੇ, ਜਿਹੜਾ ਕਹਿੰਦਾ ਸੀ ਆਪਣਾ ਹੋਵੇ ਪਰ ਹੋਵੇ ਇੱਕੋ ਹੀ, ਭਾਵੇਂ ਕੋਈ ਗੱਲ ਨਹੀਂ, ਉਹਨੇ 2 ਬਣਾ ਲਏ। 2 ਬਣ ਗਏ। ਹੁਣ ਸੋਚਦਾ ਵੀ 2 ਨਾਲ ਤੇ ਸਰਿਆ ਹੀ ਕੁਛ ਨਹੀਂ, ਮੈਨੂੰ ਲੱਗਦਾ ਵੀ ਸਾਰਾ ਹੀ ਛੱਤਣਾ ਪੈਣਾ ਘਰ, ਜਿੰਨੀ ਕੁ ਜਗ੍ਹਾ ਸਾਰੀ ਛੱਤ ਲਾਂ। ਉਹਨੇ ਸਾਰੀ ਛੱਤ ਲਈ। ਹੁਣ ਛੱਤਣ ਤੋਂ ਬਾਅਦ ਚ ਕਹਿੰਦਾ ਵੀ 2-4 ਕੁ ਮਹੀਨੇ ਤੇ ਸਬਰ ਜਾ ਰਿਹਾ, ਵੀ ਬਣ ਗਿਆ ਆਪਣਾ ਘਰ, ਸ਼ੁਕਰ ਹੈ। ਉਹ ਜਦੋਂ 2-4 ਕੁ ਮਹੀਨੇ ਲੰਘ ਗਏ ਨਾ, ਹੁਣ ਲੋਕਾਂ ਦੇ ਘਰ ਬਣੇ ਵੇਖਦਾ, ਮੈਨੂੰ ਲੱਗਦਾ ਵੀ ਪੱਕਾ ਕਰਾਉਣਾ ਹੀ ਪੈਣਾ ਹੈ। ਹੁਣ ਉਹ ਘਰ ਪੱਕਾ ਕਰਾਉਣ ਵਾਲੇ ਪਾਸੇ ਤੁਰ ਪਿਆ। ਉਹ ਪੱਕਾ ਵੀ ਕਰਾ ਲਿਆ। ਪੱਕਾ ਕਰਾਉਣ ਤੋਂ ਬਾਅਦ ਚ ਕਹਿੰਦਾ ਵੀ ਹੁਣ ਠੀਕ ਹੈ, ਘਰ ਪੱਕਾ ਹੋ ਗਿਆ, ਹੁਣ ਇਹ ਨਹੀਂ ਚਿੰਤਾ ਮੀਂਹ ਆਏਗਾ, ਹਨੇਰੀ ਆਏਗੀ, ਛੱਤਾਂ ਚੋਣ ਲੱਗ ਜਾਣਗੀਆਂ, ਘਰ ਪੱਕਾ ਹੋ ਗਿਆ, ਲੈਂਟਰ ਪੈ ਗਿਆ। ਫਿਰ ਲੋਕਾਂ ਦੇ ਘਰਾਂ ਵੱਲ ਝਾਤ ਮਾਰਦਾ ਵੀ ਲੋਕਾਂ ਨੇ ਤੇ ਬੜੇ ਸੋਹਣੇ ਸੋਹਣੇ ਪਲਸਤਰ ਕਰਾ ਕੇ, ਰੰਗ ਕਰਾ ਕੇ, ਡਕਟਿੰਗ, ਡਾਊਨ ਸੀਲਿੰਗ, ਸਾਰਾ ਕੁਝ ਕਰਾਇਆ, ਪੱਥਰ ਤੱਕ ਲਵਾਇਆ। ਮੈਂ ਕੀ ਕਰਾਂ, ਏਦਾਂ ਕਰਦਾ ਕੱਲਾ ਪਲਸਤਰ ਹੀ ਕਰਾ ਲੈਣਾ। ਉਧਰ ਨੂੰ ਹੋ ਗਿਆ ਵੀ ਜਿਹੜੀ ਰੋਜ਼ ਰੇਤਾ ਕਿਰਦੀ ਹੈ, ਇੱਟਾਂ ਨਾਲੋਂ ਮਿੱਟੀ ਲੈ ਲੈ ਕੇ ਡਿੱਗਦੀ ਹੈ, ਇਹ ਤਾਂ ਨਾ ਡਿੱਗੇਗੀ, ਪਲਸਤਰ ਕਰਾ ਲਿਆ, ਬੜਾ ਸਕੂਨ ਮਿਲਿਆ ਮਨ ਨੂੰ ਵੀ ਚਲੋ ਪਲਸਤਰ ਵੀ ਹੋ ਗਿਆ। ਹੁਣ ਸੋਚਦਾ ਵੀ ਇਦਾਂ ਤੇ ਗੱਲ ਨਹੀਂ ਬਣਨੀ, ਹੁਣ ਮੈਨੂੰ ਲੱਗਦਾ ਵੀ ਡਕਟਿੰਗ, ਡਾਊਨ ਸੀਲਿੰਗ ਵੀ ਕਰਾਉਣੀ ਪੈਣੀ ਹੈ। ਉਧਰਲੇ ਪਾਸੇ ਹੋ ਗਿਆ। ਆਸ ਪੂਰੀ ਹੋਈ। ਜੇ ਸਾਰਾ ਲੋਕਾਂ ਵਰਗਾ ਬਣਾ ਵੀ ਲੈਂਦਾ ਨਾ, ਫਿਰ ਇਹ ਹੋਣਾ ਥਾਂ ਥੋੜੀ ਹੈ, ਹੁਣ ਇਹਨੂੰ ਵੇਚ ਕੇ ਕਿਤੇ ਹੋਰ ਲੈ ਲੈਣਾ। ਪਰ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ। ਮਨੋਰਥ ਕੋਏ ਨਾ ਪੂਰੇ ਹੋ, ਪੂਰਾ ਤੇ ਇੱਕ ਵੀ ਮਨੋਰਥ ਨਹੀਂ ਹੋਇਆ, ਇੱਛਾ ਤੇ ਇੱਕ ਵੀ ਪੂਰੀ ਨਹੀਂ ਹੋਈ। ਸਤਿਗੁਰੂ ਕਹਿੰਦੇ ਚੱਲੇ ਊਠ ਨਿਰਾਸ਼, ਉੱਠ ਕੇ ਨਿਰਾਸ਼ ਹੋ ਕੇ ਚੱਲਿਆ। ਕਿਉਂ? ਜਿਹੜੀ ਆਸ ਸੀ ਉਹ ਪੂਰੀ ਨਹੀਂ ਹੋਈ। ਇੱਥੇ ਨਾ ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਉਹਨਾਂ ਨੇ ਨਾ 2 ਚੀਜ਼ਾਂ ਦੀ ਉਦਾਹਰਣ ਦਿੱਤੀ, ਪਾਣੀ ਤੇ ਪੱਥਰ ਦੀ। ਪਾਣੀ ਤੇ ਪੱਥਰ ਦੀ ਉਦਾਹਰਣ ਦਿੰਦੇ ਆ ਉਹਨਾਂ ਨੇ ਜ਼ਿਕਰ ਕੀਤਾ ਸੀ, ਕਹਿੰਦੇ ਪਾਣੀ ਪੱਥਰ ਲੀਕ ਜਿਉਂ, ਭਲਾ ਬੁਰਾ ਪ੍ਰਕਿਰਤ ਸੁਭਾਏ। ਪਾਣੀ ਪੱਥਰ ਲੀਕ ਜਿਉਂ, ਭਲਾ ਬੁਰਾ ਪ੍ਰਕਿਰਤ ਸੁਭਾਏ। 2 ਚੀਜ਼ਾਂ ਨੇ, ਇੱਕ ਲੀਕ ਪੱਥਰ ਤੇ ਪੈਂਦੀ ਤੇ ਇੱਕ ਪੈਂਦੀ ਪਾਣੀ 'ਚ। ਪਾਣੀ ਦੀ ਲੀਕ ਦਾ ਸੁਭਾਅ ਆਪਣਾ, ਪੱਥਰ ਦੀ ਲੀਕ ਦਾ ਸੁਭਾਅ ਆਪਣਾ।
ਤੇ ਜਦੋਂ ਕੋਈ ਅਸੀਂ ਪੱਕਾ ਵਿਸ਼ਵਾਸ ਵਾਲੀ ਗੱਲ ਕਰੀਏ ਨਾ ਤੇ ਅਸੀਂ ਪਤਾ ਕੀ ਕਹਿੰਦੇ ਆ ਤੇ ਮੇਰੀ ਪੱਥਰ ਤੇ ਲੀਕ ਹੈ, ਮਤਲਬ ਉਹ ਕਦੇ ਮਿਟੇਗੀ ਨਹੀਂ। ਤੇ ਜੇ ਕੋਈ ਉਦਾਂ ਦਾ ਹੀ ਕੰਮ ਹੋਵੇ ਜਿੱਤੇ ਵਿਸ਼ਵਾਸ ਨਾ ਹੋਵੇ, ਫਿਰ ਕਹਿੰਦੇ ਤੇ ਪਾਣੀ ਵਾਂਗੂ ਪਾਣੀ ਉੱਤੇ ਲੀਕ ਹੀ ਹੈ ਭਾਈ, ਉਹ ਤੇ ਹੁਣ ਵੀ ਮਿਟੀ ਤੇ ਬਾਅਦ ਚ ਵੀ ਮਿਟੀ। ਭਾਈ ਗੁਰਦਾਸ ਕਹਿੰਦੇ ਇੱਕ ਬੰਦਾ ਇਦਾਂ ਦਾ ਜਿਹਦਾ ਸੁਭਾਅ ਇੰਨਾ ਕੁ ਭਲਾ ਹੈ ਵੀ ਉਹ ਇਦਾਂ ਜਿਵੇਂ ਪਾਣੀ ਤੇ ਲੀਕ ਫੇਰ ਦਿਓ ਉਹ ਭੁੱਲ ਜਾਂਦਾ ਨਾਲ ਦੀ ਨਾਲ, ਉਹਨੂੰ ਪਰਵਾਹ ਹੀ ਕੋਈ ਨਹੀਂ। ਤੇ ਇੱਕ ਬੰਦੇ ਦਾ ਸੁਭਾਅ ਇਦਾਂ ਦਾ ਵੀ ਜੇ ਉਹਦੇ ਤੇ ਲੀਕ ਫੇਰੀਏ ਤੇ ਇਦਾਂ ਜਿਵੇਂ ਪੱਥਰ ਤੇ ਲੀਕ ਪੈ ਜੇ, ਇੰਨਾ ਮਾੜਾ ਸੁਭਾਅ ਚੁੱਕੀ ਫਿਰਦਾ ਵੀ ਆਪਣੇ ਮਨ ਚੋਂ ਉਹਨੇ ਕਦੇ ਕੁਝ ਵਿਸਾਰਿਆ ਹੀ ਨਹੀਂ। ਤੇ ਜਿਹੜਾ ਭਲਾ ਬੰਦਾ ਹੈ ਕਹਿੰਦੇ ਉਹ ਕਦੇ ਆਪਣੇ ਮਨ ਦੇ ਵਿੱਚ ਵੈਰ ਜਿਹੜਾ ਉਹਨੂੰ ਟਿਕਾਉਂਦਾ ਨਹੀਂ। ਭਲੇ ਬੰਦੇ ਨੇ ਕੀ ਵੈਰ ਟਿਕਾਉਣਾ ਆਪਣੇ ਮਨ ਚ, ਉਹਨੇ ਕੀ ਵੈਰ ਕਰਨਾ। ਤੇ ਜਿਹੜਾ ਬੁਰਾ ਹੈ ਕਹਿੰਦੇ ਉਹਦੇ ਮਨ ਚ ਕਦੇ ਪਿਆਰ ਨਹੀਂ ਟਿਕਿਆ, ਉਹ ਸਦਾ ਹੀ ਮਾੜੀਆਂ ਗੱਲਾਂ ਸੋਚੀ ਫਿਰਦਾ। ਉਹਨੇ ਜਦੋਂ ਸੋਚਣਾ ਉਹਨੇ ਮਾੜਾ ਹੀ ਸੋਚਣਾ, ਜਦੋਂ ਕਰਨਾ ਉਹਨੇ ਮਾੜਾ ਹੀ ਕਰਨਾ, ਵੈਰ ਦੀ ਗੱਲ ਹੀ ਕਰਨੀ, ਉਹਦੇ ਮਨ ਚ ਕਦੇ ਪਿਆਰ ਨਹੀਂ ਆਇਆ। ਤੇ ਜਿਹੜਾ ਭਲਾ ਬੰਦਾ ਹੈ ਉਹਨੇ ਜਦੋਂ ਕਰਨੀ ਉਹਨੇ ਭਲਾਈ ਕਰਨੀ ਹੈ, ਭਲਾ ਹੀ ਕਰਨਾ, ਚਾਹੇ ਉਹਦਾ ਕੋਈ ਲੱਖ ਮਾੜਾ ਕਰੀ ਜਾਏ ਉਹਨੇ ਫਿਰ ਵੀ ਭਲਾ ਕਰਨਾ। ਉਹਨੇ ਉਹ ਥੋੜੀ ਚਿਤਵਨਾ ਵੀ ਕਿਸੇ ਨੇ ਮੇਰੇ ਨਾਲ ਕੀ ਕੀਤਾ, ਉਹਨੇ ਤੇ ਭਲਾ ਹੀ ਕਰਨਾ ਨਾ। ਕਿਉਂ? ਉਹਨੇ ਤੇ ਇਸ ਸੁਭਾਅ ਨੂੰ ਪੱਕਿਆਂ ਕੀਤਾ ਵੀ ਜੇ ਉਹਦਾ ਬੁਰਾਈ ਕਰਨਾ ਸੁਭਾਅ ਨਾ ਤੇ ਮੈਨੂੰ ਰੱਬ ਨੇ ਭਲਾਈ ਕਰਨ ਦਾ ਸੁਭਾਅ ਦਿੱਤਾ ਤੇ ਮੇਰਾ ਫਰਜ਼ ਭਲਾ ਕਰਨਾ ਹੀ ਹੈ। ਤੇ ਜਿਹੜਾ ਮਾੜਾ ਹੈ ਉਹਨੇ ਜਦੋਂ ਸੋਚਣਾ ਉਹਨੇ ਮਾੜਾ ਹੀ ਸੋਚਣਾ, ਮਾੜਾ ਹੀ ਕਰਨਾ, ਮਾੜਾ ਹੀ ਚਿਤਵਨਾ, ਉਹਦੀ ਸੋਚ ਉਦਾਂ ਦੀ ਬਣ ਗਈ। ਤੇ ਜੇ ਅਸੀਂ ਆਪਣੀਆਂ ਆਸਾਵਾਂ ਵੱਡੀਆਂ ਕਰਕੇ ਬੈਠੇ ਆ ਨਾ ਤੇ ਖਿਆਲ ਕਰੀਏ ਉਹ ਆਸਾਵਾਂ ਕਦੇ ਪੂਰੀਆਂ ਤੇ ਕੀ ਹੋਣੀਆਂ ਨੇ। ਇਸੇ ਕਰਕੇ ਗੁਰਬਾਣੀ ਨੇ ਨਾ ਸਾਨੂੰ ਸਮਝਾਉਂਦਿਆਂ ਇਹ ਸਿੱਖਿਆ ਦਿੱਤੀ ਸੀ ਵੀ ਮਨੁੱਖਾ ਤੂੰ ਆਸਾਵਾਂ ਪੂਰੀਆਂ ਕਰਨ ਵਾਲੇ ਪਾਸੇ ਨਾ ਤੁਰ, ਆਪਣੀਆਂ ਆਸਾਵਾਂ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰ, ਪੂਰੀਆਂ ਨਹੀਂ ਹੋਣੀਆਂ। ਤੇ ਤੂੰ ਆਪਣੇ ਮਨ ਨੂੰ ਕਾਬੂ 'ਚ ਕਰ ਲਾ। ਜਦੋਂ ਮਨ ਕਾਬੂ 'ਚ ਹੋ ਜਾਏਗਾ ਆਸਾਵਾਂ ਆਪਣੇ ਆਪ ਹੀ ਕਾਬੂ 'ਚ ਹੋ ਜਾਣਗੀਆਂ। ਜਦੋਂ ਆਸਾਵਾਂ ਕਾਬੂ ਹੋ ਗਈਆਂ ਨਾ ਤੇਰੀ ਜ਼ਿੰਦਗੀ 'ਚ ਤੈਨੂੰ ਸਕੂਨ, ਤੈਨੂੰ ਅਡੋਲਤਾ, ਤੈਨੂੰ ਸਹਿਜ ਸਾਰਾ ਕੁਝ ਮਿਲ ਜਾਣਾ, ਸ਼ਾਂਤੀ ਤੈਨੂੰ ਮਿਲ ਜਾਏਗੀ। ਕਿਉਂਕਿ ਤੇਰੇ ਮਨ ਦੀਆਂ ਆਸਾਵਾਂ, ਇੱਛਾਵਾਂ, ਭਾਵਨਾਵਾਂ, ਮਨ ਨੂੰ ਤੂੰ ਆਪਣੇ ਕਾਬੂ 'ਚ ਕਰ ਲਿਆ। ਤੇ ਸਭ ਤੋਂ ਵੱਡੀ ਖੇਡ ਹੀ ਮਨ ਕਾਬੂ ਵਿੱਚ ਕਰਨ ਦੀ ਹੈ। ਤੇ ਮਾਲਕ ਨੇ ਆਖਿਆ ਸੀ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਕਾਬੂ 'ਚ ਹੀ ਉਦਣ ਆਉਂਦਾ ਜਿੱਦਣ ਕਿਰਪਾ ਦੇ ਪਾਤਰ ਬਣ ਜਾਈਦਾ ਹੈ। ਖੈਰ ਮਾਲਕ ਜੀ ਕਹਿੰਦੇ ਬੰਦਾ ਆਸਾਵਾਂ ਕਰਦਾ ਹੋਇਆ ਮਨੋਰਥ ਕੋਈ ਨਾ ਪੂਰੇ ਹੋ, ਕੋਈ ਮਨੋਰਥ ਪੂਰਾ ਨਹੀਂ ਹੋਇਆ। ਤੇ ਜਦੋਂ ਮਨੋਰਥ ਪੂਰਾ ਨਾ ਹੋਇਆ ਚਾਲੇ ਊਠ ਨਿਰਾਸ਼, ਬੰਦਾ ਨਿਰਾਸ਼ ਜਿਹਾ ਹੋ ਕੇ ਦੁਨੀਆ ਤੋਂ ਚਲਾ ਜਾਂਦਾ ਹੈ। ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਇੱਕ ਪਾਸੇ ਤੇ ਜ਼ਿਕਰ ਕੀਤਾ ਸੀ ਉਹਦਾ ਜਿਹੜਾ ਵਿਕਾਰ ਚਿਤਵਦ ਹੈ। ਪਹਿਲਾ ਸ਼ਲੋਕ ਆਪਾਂ ਵਿਚਾਰਿਆ, ਉਹਦੇ ਚ ਕੀ ਜ਼ਿਕਰ ਕੀਤਾ ਸੀ? ਬੇਕਾਰੈ ਚਿਤਵ ਤੇ ਝੂਠੇ ਕਰਤੇ ਆਸ, ਮਨੋਰਥ ਕੋਏ ਨਾ ਪੂਰਿਓ ਚਾਲੇ ਊਠ ਨਿਰਾਸ਼। ਹੁਣ ਦੂਜਾ ਜ਼ਿਕਰ ਉਹਨਾਂ ਦਾ ਕੀਤਾ ਜਿਨ੍ਹਾਂ ਨੇ ਚਿਤਵਿਆ ਪਰ ਵਿਕਾਰ ਨਹੀਂ ਚਿਤਵੇ, ਉਹਨਾਂ ਨੇ ਨਿਰੰਕਾਰ ਨੂੰ ਚਿਤਵਿਆ। ਤੇ ਜਿਨ੍ਹਾਂ ਨੇ ਨਿਰੰਕਾਰ ਨੂੰ ਚਿਤਵਿਆ ਭਗਤ ਜੀ ਕਹਿੰਦੇ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਉਹ ਸਾਰੇ ਸੰਸਾਰ ਵਿੱਚ ਸੁਖੀ ਹੋ ਜਾਂਦਾ। ਤੇ ਜਦੋਂ ਹਰੀ ਦੇ ਸਿਮਰਨ ਨੂੰ ਕਰਨ ਵਾਲਿਆਂ ਦਾ ਜ਼ਿਕਰ ਕਰੀਏ ਨਾ, ਰੱਬ ਦਾ ਸਿਮਰਨ ਕਰਨ ਵਾਲਿਆਂ ਦਾ ਜ਼ਿਕਰ ਕਰੀਏ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਨਾ ਇੱਕ ਵੱਖਰੀ ਜੀ ਖੁਸ਼ੀ ਹੈ, ਵੱਖਰਾ ਜਿਹਾ ਹੀ ਇੱਕ ਆਨੰਦ ਹੈ। ਉਹਨਾਂ ਦਾ ਜੀਵਨ ਦੁਨੀਆ ਵਰਗਾ ਨਹੀਂ। ਪਹਿਲੀ ਗੱਲ ਤੇ ਉਹਨਾਂ ਦਾ ਜੀਵਨ ਦੁਨੀਆ ਵਰਗਾ ਨਹੀਂ। ਦੁਨੀਆ ਹੋਰ ਆਸਾਵਾਂ ਤੇ ਜਿਉਂਦੀ ਹੈ, ਰੱਬ ਦਾ ਪਿਆਰਾ ਹੋਰ ਇੱਛਾ ਤੇ ਜਿਉਂਦਾ ਹੈ। ਇੱਥੇ ਮੈਂ ਜ਼ਿਕਰ ਇਹ ਵੀ ਕਰਦਾ ਚੱਲਾਂ, ਨਾ ਤੇ ਦੁਨਿਆਵੀ ਇੱਛਾ ਰੱਖਣ ਵਾਲੇ ਦੀ ਕਦੇ ਇੱਛਾ ਪੂਰੀ ਹੁੰਦੀ ਹੈ। ਉਹ ਜਿਵੇਂ ਅਗਾਂਹ ਤੋਂ ਅਗਾਂਹ ਵੱਧਦਾ ਜਾਂਦਾ ਨਾ,
ਉਵੇਂ ਹੀ ਜਿਹੜਾ ਨਿਰੰਕਾਰ ਨੂੰ ਚਿਤਵਣ ਵਾਲਾ ਉਹਦੀ ਵੀ ਇੱਛਾ ਕਦੇ ਪੂਰੀ ਨਹੀਂ ਹੁੰਦੀ। ਉਹ ਅਗਾਂਹ ਤੋਂ ਅਗਾਂਹ ਕੋਸ਼ਿਸ਼ ਕਰਦਾ ਵੀ ਮੈਂ ਨਿਰੰਕਾਰ ਨੂੰ ਹੋਰ ਚਿਤਵਾਂ। ਜਿਵੇਂ ਅੱਜ ਬੰਦੇ ਨੇ 100 ਰੁਪਇਆ ਕਮਾਇਆ ਨਾ, ਉਹਦੀ ਕੱਲ ਨੂੰ ਆਸ ਹੈ ਵੀ ਮੈਂ 200 ਕਮਾਵਾਂ, ਉਹਨੇ 200 ਕਮਾਉਣਾ। ਉਹਦੀ ਸੋਚ ਮਾਇਆ ਤੱਕ ਹੈ। ਤੇ ਜਿੰਨੇ ਅੱਜ ਰੱਬੀ ਯਾਦ ਵਿੱਚ ਆਪਣਾ ਸਮਾਂ ਗੁਜ਼ਾਰਿਆ, ਰੱਬੀ ਚਿੰਤਨ ਵਿੱਚ ਸਮਾਂ ਗੁਜ਼ਾਰਿਆ, ਰੱਬ ਨੂੰ ਚੇਤੇ ਕੀਤਾ ਸੁਰਤ ਜੋੜ ਕੇ, ਕਿਉਂਕਿ ਉਦਾਂ ਜੇ ਆਪਾਂ ਜ਼ਿਕਰ ਕਰਾਂਗੇ ਤੇ ਜੇ ਵਿਖਾਵੇ ਮਾਤਰ ਹੈ ਤੇ ਫਿਰ ਹੋ ਸਕਦਾ ਵੀ ਅੱਜ ਅਸੀਂ ਚੇਤੇ ਕਰ ਰਹੇ ਹਾਂ, ਕੱਲ ਨੂੰ ਅਸੀਂ ਉਹ ਵੀ ਨਾ ਕਰੀਏ। ਇਸ ਲਈ ਕੋਸ਼ਿਸ਼ ਇਹ ਕਰਿਆ ਕਰੀਏ ਵੀ ਜਦੋਂ ਰੱਬ ਨੂੰ ਚਿਤਵਣਾ ਅਸੀਂ ਇਕਾਗਰ ਚਿੱਤ ਹੋ ਕੇ ਚਿਤਵੀਏ, ਵੀ ਤਾਂ ਜੋ ਕੱਲ ਨੂੰ ਸਾਡਾ ਮਨ ਆਪ ਕਹੇ ਵੀ ਅੱਜ ਬਹਿ, ਕੱਲ ਬੜਾ ਆਨੰਦ ਆਇਆ ਸੀ, ਅੱਜ ਹੋਰ ਬਹਿ। ਵੀ ਕੱਲ 5 ਮਿੰਟ ਤੂੰ ਬੈਠਾ ਸੀ ਨਾ, ਬੜੀ ਖੁਸ਼ੀ ਤੇ ਬੜਾ ਸਕੂਨ ਮਿਲਿਆ ਸੀ ਸੱਜਣਾ, ਅੱਜ 5 ਨਹੀਂ, ਅੱਜ 10 ਮਿੰਟ ਬਹਿਣਾ, ਅੱਜ ਉਹ ਆਨੰਦ 10 ਮਿੰਟ ਲੈਣਾ ਹੈ। ਜਦੋਂ ਇਕਾਗਰ ਚਿੱਤ ਹੋ ਕੇ ਅਸੀਂ ਚੇਤੇ ਕਰਾਂਗੇ, ਜਿਹੜਾ ਇਕਾਗਰ ਚਿੱਤ ਹੋ ਕੇ ਅੱਜ ਚੇਤੇ ਕਰ ਰਿਹਾ, ਉਹਨੇ ਅੱਜ 5 ਮਿੰਟ ਲਾਏ, ਕੱਲ ਨੂੰ 10 ਮਿੰਟਾਂ ਨੂੰ, ਫਿਰ 15 ਨੂੰ, ਫਿਰ 20 ਨੂੰ, ਫਿਰ ਘੰਟਾ, 2 ਘੰਟੇ, 4 ਘੰਟੇ, 10 ਘੰਟੇ, ਪਤਾ ਨਹੀਂ ਲੱਗੇਗਾ ਵੀ ਕਿੰਨਾ ਸਮਾਂ ਰੱਬ ਦੀ ਯਾਦ 'ਚ ਲੰਘ ਜਾਂਦਾ ਹੈ। ਆਸ ਉਹਦੀ ਵੀ ਪੂਰੀ ਨਹੀਂ, ਉਹਦੀ ਆਸ ਦਿਨ ਬ ਦਿਨ ਵੱਧਦੀ ਜਾਣੀ ਵੀ ਮੇਰਾ ਜਿੰਨਾ ਸਮਾਂ ਬਚੇ ਮੈਂ ਸਾਰਾ ਹੀ ਰੱਬੀ ਯਾਦ 'ਚ ਲਾ ਦਿਆਂ। ਜਿੰਨਾ ਸਮਾਂ ਮੇਰੇ ਕੋਲ ਹੈ ਮੈਂ ਸਾਰੇ ਦਾ ਸਾਰਾ ਹੀ ਰੱਬੀ ਯਾਦ 'ਚ ਲਾ ਦਿਆਂ। ਤੇ ਆ ਰੱਬੀ ਯਾਦ 'ਚ ਜੁੜਿਆਂ ਦੀ ਹੋਈ ਗੱਲ ਕਰ ਰਹੇ ਸਤਿਗੁਰੂ, ਜਿਨ੍ਹਾਂ ਦਾ ਰੋਮ ਰੋਮ ਉਸ ਨਿਰੰਕਾਰ ਨੂੰ ਚੇਤੇ ਕਰਦਾ, ਰੱਬ ਨੂੰ ਚੇਤੇ ਕਰਦਾ। ਇੱਕ ਇੱਕ ਰੋਮ, ਇੱਕ ਇੱਕ ਪਲ, ਅੱਖ ਝਮਕਣ ਜਿੰਨਾ ਸਮਾਂ ਵੀ ਉਹ ਰੱਬੀ ਯਾਦ ਨੂੰ ਆਪਣੇ ਹਿਰਦੇ 'ਚੋਂ ਭੁਲਾਉਣਾ ਹੀ ਨਹੀਂ ਚਾਹੁੰਦੇ। ਉਹ ਚਾਹੁੰਦੇ ਹਰ ਪਲ ਸਾਡਾ ਰੱਬੀ ਯਾਦ 'ਚ ਲੰਘੇ। ਇਹ ਉਹਨਾਂ ਦੀ ਬਾਤ ਹੈ ਜਿਹੜੇ ਇਕਾਗਰ ਚਿੱਤ ਹੋ ਕੇ ਚੇਤੇ ਕਰ ਰਹੇ। ਭਗਤ ਜੀ ਕਹਿੰਦੇ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਉਹਨੇ ਰੱਬੀ ਸਿਮਰਨ ਕੀਤਾ, ਉਸ ਸੰਸਾਰ 'ਚ ਸੁਖੀ ਬਹੁਤ ਹੈ, ਕਿਉਂਕਿ ਉਹਨੇ ਦੁਨਿਆਵੀ ਆਸ ਨਹੀਂ ਰੱਖੀ। ਉਹਨੇ ਇਹ ਚੀਜ਼ ਨੂੰ ਸਿੱਖਿਆ ਜਿਹੜਾ ਗੁਰੂ ਅਰਜਨ ਸਾਹਿਬ ਸਿਖਾਉਂਦੇ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ, ਸਿਮਰੋਂ ਜਾਸ ਬਿਸੁੰਭਰ ਏਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਿਰ, ਕੀਨੇ RAM ਨਾਮ ਇੱਕ ਆਖਿਰ, ਕਿਨ ਕਾ ਏਕ ਜਿਸ ਜੀ ਬਸਾਵੇ ਤਾਕੀ ਮਹਿਮਾ ਗਨੀ ਨਾ ਆਵੇ। ਉਹਨੇ ਇਸ ਚੀਜ਼ ਨੂੰ, ਉਹਨੇ ਆਹ ਚੀਜ਼ ਵੇਖੀ, ਪ੍ਰਭ ਕਾ ਸਿਮਰਨ ਗਰਭ ਨਾ ਬਸੈ, ਪ੍ਰਭ ਕਾ ਸਿਮਰਨ ਦੁਖ ਜਮ ਨਸੈ, ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਪ੍ਰਭ ਕਾ ਸਿਮਰਨ ਦੁਸ਼ਮਨ ਟਰੈ। ਉਹਨੇ ਆਹ ਚੀਜ਼ ਨੂੰ ਮੰਨਿਆ ਤੇ ਨਿਰਾਸ਼ ਉਹੀ ਹੁੰਦਾ ਜੇ ਜਿਹੜਾ ਦੁਨੀਆ ਤੋਂ ਆਸ ਲਾਉਂਦਾ ਹੈ। ਨਿਰੰਕਾਰ ਤੋਂ ਆਸ ਰੱਖਣ ਵਾਲਾ ਕਦੇ ਨਿਰਾਸ਼ ਨਹੀਂ ਜੇ ਹੁੰਦਾ, ਕਿਉਂਕਿ ਮਾਲਕ ਜੀ ਨੇ ਬਾਣੀ 'ਚ ਇਹ ਗੱਲ ਆਖੀ ਸੀ, ਭਾਈ ਉਹ ਅਕਾਲ ਪੁਰਖ ਐਸਾ ਹੈ, ਦੁਨਿਆਵੀ ਤੌਰ ਤੇ ਜੇ ਆਪਾਂ ਕਿਸੇ ਕੋਲੋਂ ਕੋਈ ਵਸਤੂ ਲਵਾਂਗੇ, ਉਹ ਵਸਤੂ ਦੇਣ ਤੋਂ ਬਾਅਦ ਵਿੱਚ ਹੋ ਸਕਦਾ ਇਹ ਗੱਲ ਆਖ ਦੇ, ਉਹ ਮੈਂ ਤੇ ਤੈਨੂੰ ਪਦਾਰਥ ਦੇ ਕੇ ਪਛਤਾ ਰਿਹਾ, ਪਰ ਰੱਬ ਨੇ ਕਦੇ ਇਹ ਨਹੀਂ ਕਹਿਣਾ ਉਹ ਮੈਂ ਤੈਨੂੰ ਪਦਾਰਥ ਦੇ ਕੇ ਪਛਤਾ ਰਿਹਾ। ਦੁਨਿਆਵੀ ਤੌਰ ਉੱਤੇ ਕੋਈ ਵਡਿਆਈ ਦੇਣ ਵਾਲਾ ਹੋਵੇ, ਵਡਿਆਈ ਦੇਣ ਤੋਂ ਬਾਅਦ ਚ ਅਗਲਾ ਹੋ ਸਕਦਾ ਕੱਲ ਨੂੰ ਜਾਂ 4 ਦਿਨਾਂ ਨੂੰ ਇਹ ਕਹਿ ਦਿਓ ਮੈਂ ਤੇਰੀ ਵਡਿਆਈ ਕਰਕੇ ਪਛਤਾ ਰਿਹਾ, ਤੇਰੀ ਵਡਿਆਈ ਮੈਂ ਕਿੱਥੋਂ ਕਰ ਦਿੱਤੀ। ਰੱਬ ਨੇ ਕਦੇ ਇਹ ਨਹੀਂ ਕਹਿਣਾ ਉਹ ਸੱਜਣਾ ਤੈਨੂੰ ਵਡਿਆਈ ਦੇ ਕੇ ਮੈਂ ਪਛਤਾ ਰਿਹਾ। ਔਰ ਦੁਨੀਆ ਤੋਂ ਮੰਗਣ ਵਾਲਾ ਬੰਦਾ ਨਿਰਾਸ਼ ਹੋ ਜਾਏਗਾ, ਕਿਉਂ? ਦੁਨੀਆ ਵਾਲੇ ਨੇ ਧੱਕੇ ਮਾਰਨ ਲੱਗਿਆਂ ਬਹੁਤਾ ਚਿਰ ਨਹੀਂ ਲਾਉਣਾ, ਉਹ ਉਹਨਾਂ ਕਚੇਰੀ ਦੇਣ ਜੋਗਾ ਜਿੰਨਾ ਕਚੇਰ ਉਹਦੇ ਕੋਲ ਹੈ। ਤੇ ਰੱਬ ਹਮੇਸ਼ਾ ਹੀ ਦਿੰਦਾ ਹੈ, ਉਹਦੇ ਕੋਲੋਂ ਜਦੋਂ ਮਰਜ਼ੀ ਜਾ ਕੇ ਮੰਗ ਲਓ, ਉਹਨੇ ਕਦੇ ਇਹ ਨਹੀਂ ਕਹਿਣਾ ਉਹ ਤੂੰ ਮੇਰੇ ਕੋਲੋਂ ਮੰਗਣ ਕਿਉਂ ਆਇਆ, ਜਾਂ ਹੁਣ ਤੇਰੇ ਮੰਗਣ ਦਾ ਸਮਾਂ ਨਹੀਂ। ਇੱਕ ਨਾ ਮੈਂ ਨਿੱਕੀ ਜੀ ਘਟਨਾ ਇੱਥੇ ਰੱਖਦਾ ਚੱਲਾਂ। ਇੱਕ
ਰਾਜਾ ਸੀ ਤੇ ਬੜਾ ਦਾਨੀ। ਉਹਨੇ ਦਾਨ ਪੁੰਨ ਕਰਨਾ ਆਸ-ਪਾਸ ਬੜਾ ਮਸ਼ਹੂਰ ਹੋ ਗਿਆ ਉਹ। ਤੇ ਦਾਨ ਉਹਨੇ ਜਦੋਂ ਵੀ ਕਰਨਾ, ਜਦੋਂ ਕਿਸੇ ਨੇ ਆ ਜਾਣਾ ਉਹਨੇ ਦਾਨ ਕਰ ਦੇਣਾ। ਇਸੇ ਗੱਲ ਕਰਕੇ ਉਹ ਫੇਮਸ ਸੀ ਵੀ ਚਾਹੇ ਉਹਦੇ ਕੋਲ ਜਦੋਂ ਮਰਜ਼ੀ ਚੱਲ ਜਾਓ ਭਾਈ, ਉਹ ਦਾਨ ਕਰਦਾ ਹੀ ਕਰਦਾ। ਉਹਦੇ ਕੋਲ ਜੋ ਮਰਜ਼ੀ ਜਾ ਕੇ ਮੰਗ ਲਓ ਉਹਨੇ ਦੇ ਦੇਣਾ, ਬਸ ਉਹਦੇ ਕੋਲ ਹੋਣਾ ਚਾਹੀਦਾ ਹੈ। ਇਹੀ ਇੱਕ ਸੁਣ ਕੇ ਬੰਦਾ ਤੇ ਉਹਦੇ ਕੋਲ ਚਲਾ ਗਿਆ ਵੀ ਮੈਂ ਆਪਣੀ ਲੋੜ ਪੂਰੀ ਕਰ ਆਵਾਂ। ਰਾਜੇ ਕੋਲ ਗਿਆ ਪਰ ਰਾਜਾ ਰਾਜ ਦਰਬਾਰ 'ਚ ਨਾ ਮਿਲਿਆ। ਜਦੋਂ ਰਾਜ ਦਰਬਾਰ 'ਚ ਨਾ ਮਿਲਿਆ, ਉਹਨੇ ਪੁੱਛਿਆ ਵੀ ਰਾਜਾ ਕਿੱਥੇ ਹੈ, ਤੇ ਉਹਦੇ ਵਜ਼ੀਰਾਂ ਨੇ ਇਹ ਗੱਲ ਕਹਿਤੀ, ਕਹਿੰਦੇ ਤੂੰ ਏਦਾਂ ਕਰ, ਰਾਜਾ ਅੱਜ ਤੇ ਨਾ ਬਾਹਰ ਗਿਆ ਕਿਤੇ, ਤੇ ਤੂੰ ਕੱਲ ਨੂੰ ਮੰਗਣ ਆਈ, ਅੱਜ ਤੈਨੂੰ ਰਾਜਾ ਕੁਛ ਨਹੀਂ ਦੇ ਸਕਦਾ, ਅੱਜ ਨਹੀਂ ਕੁਝ ਦੇ ਸਕਦਾ। ਉਹ ਕਹਿੰਦਾ ਵੀ ਮੈਂ ਤੇ ਸੁਣਿਆ ਸੀ ਚਾਹੇ ਕੋਈ ਦਿਨੇ ਜਾਵੇ, ਕੋਈ ਰਾਤ ਨੂੰ ਜਾਵੇ, ਕੋਈ ਹਨੇਰੇ ਸਵੇਰੇ, ਜਦੋਂ ਮਰਜ਼ੀ ਜਾਓ, ਰਾਜੇ ਨੇ ਕਦੇ ਖਾਲੀ ਨਹੀਂ ਮੋੜਿਆ। ਉਹ ਵਜ਼ੀਰ ਵੀ ਅੱਗੋਂ ਕਹਿੰਦੇ ਤੇਰੀ ਗੱਲ ਅਸੀਂ ਮੰਨਦੇ ਆ ਰਾਜੇ, ਸਾਡਾ ਰਾਜਾ ਬੜਾ ਚੰਗਾ, ਉਹਨੇ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਿਆ, ਕੋਈ ਦਿਨੇ ਆਵੇ, ਕੋਈ ਰਾਤ ਆਵੇ, ਕੋਈ ਹਨੇਰੇ ਆਵੇ, ਕੋਈ ਸਵੇਰੇ ਆਵੇ, ਉਹਨੇ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਿਆ। ਪਰ ਅਸੀਂ ਕੀ ਕਰੀਏ, ਰਾਜਾ ਹੀ ਇੱਥੇ ਹੈ ਨਹੀਂ, ਹੁਣ ਦੇਣ ਵਾਲਾ ਹੀ ਇੱਥੇ ਹੈ ਨਹੀਂ, ਤੇ ਤੈਨੂੰ ਕਿੱਥੋਂ ਦੇ ਦਈਏ, ਹੁਣ ਤੇ ਤੈਨੂੰ ਖਾਲੀ ਮੁੜਨਾ ਪੈਣਾ। ਉਹ ਰਾਜਾ ਵੀ ਖਾਲੀ ਮੋੜ ਗਿਆ, ਜਿਹੜਾ ਇਸ ਗੱਲ ਕਰਕੇ ਪ੍ਰਸਿੱਧ ਸੀ ਵੀ ਉਹ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ। ਤੇ ਰੱਬ ਨੇ ਕਦੇ ਇਹ ਨਹੀਂ ਕਹਿਣਾ ਸੱਜਣਾ ਮੈਂ ਅੱਜ ਇੱਥੇ ਹੈ ਨਹੀਂ, ਤੈਨੂੰ ਮੈਂ ਨਹੀਂ ਦੇ ਸਕਦਾ। ਉਹਦੇ ਕੋਲ ਹਨੇਰੇ ਚਲੇ ਜਾਓ, ਸਵੇਰੇ ਚਲੇ ਜਾਓ, ਦਿਨੇ ਚਲੇ ਜਾਓ, ਰਾਤ ਨੂੰ ਚਲੇ ਜਾਓ। ਇੱਥੋਂ ਤੱਕ ਰਾਜਾ ਸੁੱਤਾ ਹੋਇਆ, ਆਰਾਮ ਕਰਦਾ ਹੋਇਆ ਕਹਿ ਸਕਦਾ ਉਹ ਕੱਲ ਨੂੰ ਮੇਰੇ ਕੋਲ ਮੰਗਣ ਆਈ, ਮੈਂ ਅਜੇ ਆਰਾਮ ਕਰ ਰਿਹਾ। ਪਰ ਜੇ ਹੀ ਰਾਤ ਨੂੰ ਆਪ ਸੁੱਤੇ ਉੱਠ ਕੇ ਵੀ ਰੱਬ ਅੱਗੇ ਝੋਲੀ ਅੱਡ ਕੇ ਕਹਿ ਦਾਂਗੇ ਨਾ ਰੱਬਾ ਦੇ, ਤੇ ਰੱਬ ਨੇ ਇਹ ਨਹੀਂ ਕਹਿਣਾ ਉਹ ਚੁੱਪ ਕਰਕੇ ਸੌਂ ਜਾ, ਮੈਨੂੰ ਵੀ ਸੌਂ ਲੈਣ ਦੇ, ਉਹਨੇ ਰਾਤ ਨੂੰ ਵੀ ਦੇ ਦੇਣਾ। ਰੱਬ ਤੋਂ ਆਸ ਰੱਖਣ ਵਾਲਾ ਕਦੇ ਨਿਰਾਸ ਨਹੀਂ ਜੇ ਹੁੰਦਾ। ਤੇ ਮਾਲਕ ਕਹਿੰਦੇ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨਾ ਡੋਲਈ, ਜਿਸ ਰਾਖੈ ਸਿਰਜਣਹਾਰ। ਫਿਰ ਬਾਤ ਆ ਜਾਂਦੀ ਹੈ, ਜਿਹਨੇ ਰੱਬ ਤੇ ਆਸ ਰੱਖੀ ਨਾ, ਉਹ ਕਦੇ ਡੋਲਣ ਨਹੀਂ ਦਿੰਦਾ। ਰੱਬ ਫਿਰ ਕਦੇ ਡੋਲਣ ਨਹੀਂ ਦਿੰਦਾ। ਅਸੀਂ ਸੰਸਾਰਕ ਵਸਤੂ ਤੇ ਆਸ ਰੱਖੀ, ਇਹਨੂੰ ਮੈਂ ਨਿੱਕੀ ਜਿਹੀ ਇੱਕ ਉਦਾਹਰਣ ਰੱਖ ਕੇ ਬਾਤ ਕਰਦਾ ਚੱਲਾਂ, ਗੱਲ ਛੇਤੀ ਪਕੜ ਵਿੱਚ ਆਵੇ। ਜਿਵੇਂ ਇੱਕ ਬੰਦਾ 500 ਰੁਪਏ ਦਿਹਾੜੀ ਤੇ ਕੰਮ ਕਰ ਰਿਹਾ, ਹੁਣ ਜੇ ਕੋਈ ਚਾਹੁੰਦਾ ਵੀ ਉਹ ਮੇਰੇ ਕੋਲ ਆ ਕੇ ਕੰਮ ਕਰੇ ਤੇ ਉਹਨੂੰ 500 ਤੋਂ ਵੱਧ ਦੇਣੀ ਪੈਣੀ ਦਿਹਾੜੀ, ਵੀ 500 ਤੇ ਉੱਥੋਂ ਲੈ ਰਿਹਾ, ਮੈਨੂੰ ਵੱਧ ਦੇਣੀ ਪੈਣੀ ਹੈ। ਉਹਨੇ 600 ਰੁਪਈਆ ਕਹਿਤਾ, ਉਹ ਕਹਿੰਦਾ ਉਹ ਦਿਹਾੜੀਦਾਰ ਭੱਜਿਆ ਗਿਆ ਵੀ ਮੈਨੂੰ 600 ਮਿਲਦਾ, ਇੱਥੇ ਵੀ 8 ਘੰਟੇ ਕੰਮ ਕਰਨਾ, ਉੱਥੇ ਵੀ 8 ਘੰਟੇ ਕੰਮ ਕਰਨਾ, ਕੰਮ ਵੀ ਉਹੀ ਹੈ ਵੀ 600 ਮਿਲਦਾ, ਮੈਂ 100 ਰੁਪਏ ਘਾਟਾ ਕਿਉਂ ਖਾਵਾਂ। ਉਹ 600 ਵਾਲੀ ਥਾਂ ਤੇ ਦਿਹਾੜੀ ਕਰਨ ਚਲੇ। ਹੁਣ ਜੇ ਕੱਲ ਨੂੰ ਤੀਜੇ ਬੰਦੇ ਨੇ ਆ ਕੇ ਉਹਨੂੰ ਇਹ ਕਹਿਤਾ ਨਾ ਸੱਜਣਾ ਮੈਂ ਤੈਨੂੰ 600 ਦੀ ਥਾਂ 700 ਦਿਆਂਗਾ, ਉਹਨੇ 600 ਵਾਲਾ ਵੀ ਛੱਡ ਜਾਣਾ, ਉਹਨੇ 700 ਵਾਲੇ ਪਾਸੇ ਹੋ ਜਾਣਾ। ਤੇ ਚੌਥੇ ਬੰਦੇ ਨੇ ਆ ਕੇ ਕੱਲ ਨੂੰ ਉਹਨੂੰ ਇਹ ਕਹਿਤਾ ਨਾ ਸੱਜਣਾ ਤੂੰ ਉੱਥੇ 8 ਘੰਟੇ ਕੰਮ ਕਰਕੇ 700 ਲੈਣਾ, ਮੈਂ ਤੈਨੂੰ 700 ਦਿਆਂਗਾ, ਪਰ ਘੰਟੇ 6 ਹੀ ਕੰਮ ਕਰਨਾ, ਉਹਨੇ ਚੌਥੀ ਥਾਂ ਚਲੇ ਜਾਣਾ। ਡੋਲ ਰਿਹਾ, ਵਿਸ਼ਵਾਸ ਨਹੀਂ, ਭਰੋਸਾ ਨਹੀਂ ਮਾਲਕ ਤੇ। ਤੇ ਜਿਹੜਾ ਰੱਬ ਦਾ ਸਿਮਰਨ ਕਰਦਾ ਹੈ ਨਾ,
ਰੱਬ ਫਿਰ ਉਹਨੂੰ ਡੋਲਣ ਨਹੀਂ ਦਿੰਦਾ। ਕੋਈ 500 ਦੇ, ਕੋਈ 700 ਦੇ, ਕੋਈ 1000 ਦੇ, ਕੋਈ ਲੱਖਾਂ ਦੇ, ਕੋਈ ਕਰੋੜਾਂ ਵੀ ਦੇ ਦੇ ਨਾ, ਉਹ ਫਿਰ ਵੀ ਕਹਿੰਦਾ ਨਹੀਂ ਰੱਬੀ ਯਾਦ ਨਹੀਂ ਮੈਂ ਛੱਡਣੀ, ਤੂੰ ਜਿਹੜਾ ਕੁਝ ਕਰਨਾ ਕਰ ਲਾ। ਸਿੱਖ ਇਤਿਹਾਸ ਸਾਡੇ ਸਾਹਮਣੇ ਹੈ, ਸਾਨੂੰ ਲੱਖਾਂ ਵੀ ਦਿੱਤੇ, ਕਰੋੜਾਂ ਵੀ ਦਿੱਤੇ, ਇੱਥੋਂ ਤੱਕ ਉਤਰੇ ਆਏ ਕਿ ਅਸੀਂ ਆਪਣੀਆਂ ਧੀਆਂ ਦੇ ਡੋਲੇ ਵੀ ਤੁਹਾਨੂੰ ਦੇਣੇ, ਵੀ ਤੁਸੀਂ ਲੈ ਜਾਓ, ਪਰ ਆਪਣਾ ਧਰਮ ਛੱਡ ਦਿਓ। ਤੁਸੀਂ ਜੋ ਕਹੋਗੇ ਤੁਹਾਨੂੰ ਦਿਆਂਗੇ, ਜਿੰਨਾ ਧਨ ਚਾਹੀਦਾ ਤੁਹਾਡਾ, ਜਿੰਨੀ ਦੌਲਤ ਚਾਹੀਦੀ ਉਹ ਵੀ ਤੁਹਾਡੀ, ਜੋ ਮਹੱਲ ਮਾੜੀਆਂ ਚਾਹੀਦੀਆਂ ਸਾਰਾ ਕੁਝ ਦੇਾਂਗੇ, ਇੱਥੋਂ ਤੱਕ ਤੁਹਾਨੂੰ ਨਿਕਾਹ ਕਰਾ ਕੇ ਬੇਗਮਾਂ ਤੱਕ ਵੀ ਦੇਾਂਗੇ, ਤੇ ਬੇਗਮਾਂ ਵੀ ਓਨੀਆਂ ਦੇਾਂਗੇ ਜਿੰਨੀਆਂ ਤੁਸੀਂ ਕਹੋਗੇ। ਪਰ ਗੁਰੂ ਕਾ ਸਿੱਖ ਕਹਿੰਦਾ ਵੀ ਮੈਂ ਕਰਨਾ ਕੀ ਹੈ? ਤੇਰਾ ਧਨ ਲੈ ਕੇ ਤੇਰੀਆਂ ਨਜ਼ਰਾਂ 'ਚ ਚੰਗਾ, ਪਰ ਗੁਰੂ ਦੀਆਂ ਨਜ਼ਰਾਂ 'ਚ ਤੇ ਮਾੜਾ ਬਣ ਗਿਆ ਨਾ। ਤੇਰੇ ਕੋਲੋਂ ਜ਼ਮੀਨ ਜਾਇਦਾਦ ਲੈ ਕੇ ਮੈਂ ਤੇਰੀਆਂ ਨਜ਼ਰਾਂ 'ਚ ਚੰਗਾ, ਗੁਰੂ ਦੀਆਂ ਨਜ਼ਰਾਂ 'ਚ ਮਾੜਾ ਬਣ ਗਿਆ। ਜਾਂ ਤੇ ਫਿਰ ਸੱਜਣਾ ਇਹ ਵੀ ਕਹਿ ਦੇ ਵੀ ਮੇਰੇ ਕੋਲੋਂ ਧਨ ਲੈ, ਮੇਰੇ ਕੋਲੋਂ ਦੌਲਤ ਲੈ, ਮੇਰੇ ਕੋਲੋਂ ਜ਼ਮੀਨ ਜਾਇਦਾਦ ਲੈ, ਤੇਰੇ ਨਾਲ ਵਾਅਦਾ ਰਿਹਾ, ਤੈਨੂੰ ਮੌਤ ਨਹੀਂ ਕਦੇ ਆਉਂਦੀ, ਫਿਰ ਤੇ ਮੈਂ ਤੇਰੇ ਕੋਲ ਆਉਣਾ ਭੱਜਿਆ, ਫਿਰ ਮੈਂ ਆਉਣਾ ਤੇਰੇ ਕੋਲ। ਤੇ ਜੇ ਤੇਰੇ ਕੋਲ ਆ ਕੇ ਵੀ ਮੌਤ ਆ ਜਾਣੀ ਹੈ ਤੇ ਫਿਰ ਗੁਰੂ ਤੋਂ ਬੇਮੁਖ ਹੋ ਕੇ ਮਰਾਂ, ਮੇਰੇ ਲਈ ਕਿੱਡੀ ਕੁ ਚੰਗੀ ਗੱਲ ਹੈ। ਮੈਨੂੰ ਮਰਨਾ ਤੇ ਮਨਜ਼ੂਰ ਹੈ, ਮਰਨਾ ਤੇ ਹੈ ਹੀ ਹੈ। ਤੇਰੇ ਕੋਲ ਆ ਗਿਆ, ਤੇਰਾ ਧਨ ਲੈ ਲਿਆ, ਦੌਲਤ ਲੈ ਲਿਆ, ਮਰ ਮੈਂ ਫਿਰ ਵੀ ਜਾਣਾ। ਜੇ ਮੈਂ ਗੁਰੂ ਤੋਂ ਬੇਮੁਖ ਹੋ ਗਿਆ, ਮਰਨਾ ਤੇ ਹੈ ਹੀ, ਤੇ ਹੁਣ ਜੇ ਗੁਰੂ ਦੇ ਸਨਮੁਖ ਆ ਹੁਣ ਵੀ ਮਰਨਾ, ਤੇ ਸੱਜਣਾ ਫਿਰ ਮੈਂ ਗੁਰੂ ਦੇ ਸਨਮੁਖ ਹੋ ਕੇ ਮਰਨ ਨੂੰ ਆਪਣੇ ਚੰਗੇ ਭਾਗ ਸਮਝਾਂਗਾ। ਤੇਰੇ ਵਾਲੇ ਪਾਸੇ ਦਾ ਹੋ ਕੇ ਗੁਰੂ ਤੋਂ ਬੇਮੁਖ ਹੋ ਕੇ ਮਰਨ ਨਾਲੋਂ ਮੇਰੇ ਲਈ ਆ ਚੰਗਾ ਹੈ ਕਿ ਮੈਂ ਗੁਰੂ ਦੇ ਸਨਮੁਖ ਹੋ ਕੇ ਮਰ ਜਾ। ਨਹੀਂ ਡੋਲੇ ਅਗਲੇ, ਕਿਉਂਕਿ ਰੱਬ ਨੇ ਡੋਲਣ ਹੀ ਨਹੀਂ ਦਿੱਤਾ। ਅਕਾਲ ਪੁਰਖ ਨੇ ਇੰਨੀ ਕੁ ਬਖਸ਼ਿਸ਼ ਰੱਖੀ, ਇੰਨੀ ਕੁ ਰਹਿਮਤ ਵਰਤਾ ਕੇ ਰੱਖੀ ਵੀ ਉਹਨੂੰ ਡੋਲਣ ਹੀ ਨਹੀਂ ਦਿੱਤਾ। ਇੰਨਾ ਕੁ ਭਰੋਸਾ ਦੇਤਾ, ਇੰਨਾ ਕੁ ਵਿਸ਼ਵਾਸ ਦੇਤਾ ਵੀ ਮੈਨੂੰ ਜਿਹੜੀ ਵਸਤੂ ਚਾਹੀਦੀ, ਜਿਹੜਾ ਪਦਾਰਥ ਚਾਹੀਦਾ, ਰੱਬ ਦੇਣ ਨੂੰ ਬੈਠਾ ਹੈ। ਅਕਾਲ ਪੁਰਖ ਮੇਰੀ ਝੋਲੀ ਭਰਨ ਨੂੰ ਬੈਠਾ, ਤੇ ਮੈਂ ਸੰਸਾਰਕ ਬੰਦੇ ਤੋਂ ਐਵੇਂ ਮੰਗਦਾ ਫਿਰਾਂ, ਦੁਨਿਆਵੀ ਪਰਸਨ ਤੋਂ ਮੰਗ ਕੇ, ਦੁਨਿਆਵੀ ਬੰਦੇ ਤੋਂ ਮੰਗ ਕੇ ਮੈਂ ਕੀ ਲੈਣਾ। ਇਸੇ ਕਰਕੇ ਗੁਰੂ ਅਰਜਨ ਸਾਹਿਬ ਨੇ ਸਮਝਾਇਆ ਸੀ, ਉਹ ਸੱਜਣਾ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹੈ ਅਘਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨਸ ਕੈ ਕਿਛ ਨਾਹੀ ਹਾਥ। ਐਵੇਂ ਨਾ ਡਰਿਆ ਕਰ, ਬੰਦੇ ਦੇ ਹੱਥ 'ਚ ਕੁਝ ਵੀ ਨਹੀਂ ਹੈ, ਸਾਰਾ ਕੁਝ ਅਕਾਲ ਪੁਰਖ ਦੇ ਹੱਥ 'ਚ ਹੈ। ਤੇ ਉਹ ਅਕਾਲ ਪੁਰਖ ਨੇ ਇੱਕ ਦ੍ਰਿੜਤਾ ਜਈ, ਇੱਕ ਵਿਸ਼ਵਾਸ ਦੇਤਾ ਮਨ 'ਚ, ਤੇ ਉਹ ਜਿਹੜਾ ਅਕਾਲ ਪੁਰਖ ਦਾ ਦਿੱਤਾ ਹੋਇਆ ਵਿਸ਼ਵਾਸ, ਭਰੋਸਾ ਸੀ ਨਾ, ਉਸ ਭਰੋਸੇ ਨੇ ਡੋਲਣ ਨਹੀਂ ਦਿੱਤਾ। ਚਾਹੇ ਜਿੱਦਾਂ ਦਾ ਮਰਜ਼ੀ ਸਮਾਂ ਆਇਆ, ਚਾਹੇ ਸਾਨੂੰ ਜੰਗਲਾਂ 'ਚ ਰਹਿਣਾ ਪੈ ਗਿਆ, ਚਾਹੇ ਸਾਨੂੰ ਸਾਰਾ ਕੁਝ ਘਰ-ਬਾਰ ਛੱਡ ਕੇ, ਪਰਿਵਾਰ ਛੱਡ ਕੇ ਆਪਣਾ ਆਪਾ ਕੁਰਬਾਨ ਕਰਨਾ ਪੈ ਗਿਆ, ਅਸੀਂ ਤਾਂ ਵੀ ਤਿਆਰ ਹੋ ਗਏ। ਕਿਉਂ? ਇੱਕ ਅਕਾਲ ਪੁਰਖ ਦਾ ਦਿੱਤਾ ਵਿਸ਼ਵਾਸ ਹੈ, ਇੱਕ ਭਰੋਸਾ ਹੈ। ਤੇ ਅਕਾਲ ਪੁਰਖ ਦਾ ਦਿੱਤਾ, ਸਤਿਗੁਰੂ ਦਾ ਦਿੱਤਾ ਇਹ ਭਰੋਸਾ ਸੀ, ਉਹ ਸੱਜਣਾ ਤੂੰ ਕਿਸੇ ਨੂੰ ਨਹੀਂ ਪਾਲਦਾ, ਤੂੰ ਕਿਸੇ ਦੀ ਪ੍ਰਤਪਾਲਣਾ ਨਹੀਂ ਕਰਦਾ, ਕੋਈ ਤੇਰੇ ਸਿਰ ਤੇ ਨਹੀਂ ਜਿਉਂਦਾ। ਚੇਤਾ ਰੱਖੀ, ਜਿਹਨੂੰ ਰੱਬ ਨੇ ਜੀਵਨ ਦਿੱਤਾ, ਰੱਬ ਨੇ ਉਹਦੀ ਪ੍ਰਤਪਾਲਣਾ ਦਾ ਸਾਧਨ ਵੀ ਬਣਾਇਆ, ਰੱਬ ਨੇ ਉਹਦੀ ਸੰਭਾਲ ਵੀ ਕਰਨੀ ਹੈ। ਤੂੰ ਐਵੇਂ ਚਿੰਤਾ ਨਾ ਕਰਿਆ ਕਰ। ਬਸ ਇਸੇ ਆਸ ਤੇ ਸਿੱਖ ਜੰਗਲਾਂ 'ਚ ਰਹਿ ਕੇ ਵੀ ਜੀਵਨ ਖੁਸ਼ਹਾਲੀ ਭਰਿਆ ਗੁਜ਼ਾਰ ਗਏ। ਜੱਸਾ ਸਿੰਘ ਆਹਲੂਵਾਲੀਆ ਜੀ ਵਰਗੇ, ਜੱਸਾ ਸਿੰਘ ਰਾਮਗੜੀਆ ਜੀ ਵਰਗੇ, ਕੀ ਸੀ ਜੀਵਨ? ਕਿੰਨੀ ਸੋਹਣੀ ਜ਼ਿੰਦਗੀ ਗੁਜ਼ਾਰ ਕੇ ਗਏ, ਕਿੰਨਾ ਚੰਗਾ ਜੀਵਨ ਗੁਜ਼ਾਰਿਆ। ਤੁਸੀਂ ਕਦੇ ਇਤਿਹਾਸ ਪੜ੍ਹ ਕੇ ਵੇਖਿਓ, ਮਹਾਰਾਜਾ ਰਣਜੀਤ ਸਿੰਘ ਦੇ ਰਾਜਾ ਬਣਨ ਤੋਂ ਪਹਿਲਾਂ ਸਿੱਖ ਕੌਮ 12 ਮਿਸਲਾਂ 'ਚ ਵੰਡੀ ਹੋਈ ਹੈ। ਮਿਸਲ ਦਾ ਅਖਰੀ ਅਰਥ ਹੁੰਦਾ ਫਾਈਲ, ਤੇ ਹਰ ਮਿਸਲ ਦੀ ਆਪਣੇ ਦਸਤਾਵੇਜ਼ ਨੇ, ਆਪਣਾ ਤਰੀਕਾ। ਕੋਈ
ਰਾਮਗੜੀਆ ਮਿਸਲ ਨਾਲ ਸੰਬੰਧ ਰੱਖਦਾ, ਕੋਈ ਆਲੂ ਵਾਲੀਆ ਮਿਸਲ ਨਾਲ ਸੰਬੰਧ ਰੱਖਦਾ, ਕੋਈ ਸ਼ਹੀਦਾਂ ਮਿਸਲ ਨਾਲ ਸੰਬੰਧ ਰੱਖਦਾ। ਇਦਾਂ ਸਾਰੀਆਂ 12 ਮਿਸਲਾਂ ਸਨ ਕੁੱਲ। ਹਰ ਮਿਸਲ ਦਾ ਵੱਖਰਾ ਵੱਖਰਾ ਆਗੂ ਹੈ। ਇਹਨਾਂ ਦੇ ਰਹਿਣ ਦਾ ਤਰੀਕਾ ਵੀ ਵੱਖਰਾ, ਇਹਨਾਂ ਦੇ ਰਾਜ ਵੀ ਵੱਖਰੇ ਵੱਖਰੇ ਸਨ। ਵੀ ਇੰਨਾ ਕੁ ਏਰੀਆ ਸਾਡਾ, ਇੰਨਾ ਕੁ ਏਰੀਆ ਸਾਡਾ, ਆ ਇਲਾਕਾ ਸਾਡਾ, ਤੁਸੀਂ ਸਾਡੇ ਇਲਾਕੇ 'ਚ ਨਹੀਂ ਆਉਣਾ, ਦੂਜਿਆਂ ਨੇ ਤੁਹਾਡੇ ਇਲਾਕੇ 'ਚ ਨਹੀਂ ਜਾਣਾ। ਇਦਾਂ ਸਾਰਾ ਕੁਝ ਵੰਡਿਆ ਹੋਇਆ। ਪਰ ਇਹਨਾਂ ਗੁਰੂ ਕੇ ਲਾਲਾ ਨੇ ਨਾ, ਜਦੋਂ ਹਰਮੰਦਰ ਸਾਹਿਬ ਆਉਣਾ ਨਾ, ਤੇ ਉੱਥੇ ਆ ਕੇ ਇਹਨਾਂ ਕਦੇ ਮਿਸਲ ਨਹੀਂ ਸੀ ਚੇਤੇ ਰੱਖੀ ਵੀ ਸਾਡੀ ਕਿਹੜੀ ਹੈ। ਉੱਥੇ ਜਦੋਂ ਵੀ ਜਾਣਾ ਤੇ ਇੱਕ ਸਿੱਖ ਬਣ ਕੇ ਜਾਣਾ, ਮਿਸਲਾਂ ਵਾਲਾ ਕੰਮ ਬਾਹਰ ਹੈ। ਇੱਕ ਰੱਬ ਤੇ ਜਿਹੜਾ ਭਰੋਸਾ ਵਿਸ਼ਵਾਸ ਹੈ ਨਾ, ਅਕਾਲ ਪੁਰਖ ਤੇ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਕਹਿ ਲੋ, ਉਹ ਡੋਲਣ ਨਹੀਂ ਸੀ ਦਿੰਦਾ। ਔਰ ਬਾਹਰੀ ਤੌਰ ਤੇ ਜੇ ਕਿਤੇ ਕੋਈ ਹਮਲਾਵਰ ਚੜ ਕੇ ਆ ਵੀ ਜਾਣਾ ਨਾ, ਤੇ ਫਿਰ 12 ਦੀਆਂ 12 ਮਿਸਲਾਂ ਨੇ ਇਕੱਠਿਆਂ ਵੀ ਹੋ ਜਾਣਾ ਵੀ ਅਸੀਂ ਸਾਰੇ ਤੁਹਾਡੇ ਸਾਥੀ ਆ। ਕਿਵੇਂ ਕੋਈ ਸਾਡੇ ਤੇ ਆ ਕੇ ਹੱਥ ਚੁੱਕ ਜਾਏਗਾ, ਕਿਵੇਂ ਕੋਈ ਸਾਡੇ ਤੇ ਆ ਕੇ ਅਤਿਆਚਾਰ ਤੇ ਜ਼ੁਲਮ ਕਰ ਜਾਏਗਾ, ਅਸੀਂ ਤੁਹਾਡੇ ਸਾਥੀ ਆ। ਇਦਾਂ ਸਾਰਿਆਂ ਨੇ ਆਪਣਾ ਜੀਵਨ, ਕਿਉਂਕਿ ਅਕਾਲ ਪੁਰਖ ਨਾ ਜਿਹੜਾ, ਉਹ ਫਿਰ ਕਿਸੇ ਥਾਂ ਦੇ ਉੱਤੇ ਸਾਨੂੰ ਡੋਲਣ ਨਹੀਂ ਦਿੰਦਾ। ਹਰ ਜਗ੍ਹਾ ਦੇ ਉੱਤੇ ਉਹ ਸਾਨੂੰ ਅਡੋਲ ਰੱਖਦਾ ਹੈ। ਇਹੋ ਕਾਰਨ ਸੀ ਕਿ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਅਰਦਾਸ ਕਰਨ ਦੀ ਜਾਚ ਸਾਨੂੰ ਸਿਖਾਈ। ਉਹ ਭਲਿਆ, ਜੇ ਤੂੰ ਰੱਬ ਅੱਗੇ ਅਰਦਾਸ ਕਰਨੀ ਤੇ ਹੱਥ ਜੋੜ ਕੇ ਆਖਿਆ ਕਰ, ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਰੱਬਾ ਕਿਤੇ ਡੋਲਣ ਨਾ ਦੇਈ। ਚਾਹੇ ਸਮਾਂ ਚੰਗਾ ਹੋਵੇ ਤੇ ਭਾਵੇਂ ਹੋਵੇ ਮਾੜਾ, ਚਾਹੇ ਸਮਾਂ ਭਲਾ ਹੋਵੇ ਤੇ ਭਾਵੇਂ ਹੋਵੇ ਬੁਰਾ, ਚਾਹੇ ਆਰਥਿਕ ਹਾਲਤ ਚੰਗੀ ਹੋਵੇ ਤੇ ਚਾਹੇ ਹੋਵੇ ਤੰਗੀ, ਰੱਬ ਜੀ ਕਦੇ ਚੰਗੀ ਤੇ ਤੰਗੀ ਵਿੱਚ ਡੋਲਣ ਨਾ ਦੇਈ, ਕਦੇ ਬੁਰੇ ਤੇ ਭਲੇ ਥਾਂ ਤੇ ਡੋਲਣ ਨਾ ਦੇਈ। ਹਮੇਸ਼ਾ ਅਡੋਲ ਅਵਸਥਾ ਵਿੱਚ ਟਿਕਿਆ ਰਵਾਂ। ਸਮਾਂ ਜਿੱਦਾਂ ਦਾ ਮਰਜ਼ੀ ਆ ਜਾਏ, ਜੇ ਚੰਗਾ ਹੈ ਉਹਨੇ ਵੀ ਲੰਘ ਜਾਣਾ, ਜੇ ਮੰਦਾ ਤੇ ਲੰਘ ਉਹਨੇ ਵੀ ਜਾਣਾ। ਪਰ ਸਤਿਗੁਰਾਂ, ਜੇ ਮੈਂ ਡੋਲ ਗਿਆ ਨਾ, ਤੇ ਹੋ ਸਕਦਾ ਮੁੜ ਕੇ ਕਦੇ ਜ਼ਿੰਦਗੀ 'ਚ ਮੈਨੂੰ ਮੁਕਾਮ ਨਾ ਮਿਲੇ। ਹੋ ਸਕਦਾ ਮੈਂ ਜ਼ਿੰਦਗੀ 'ਚ ਕਦੇ ਅਡੋਲ ਨਾ ਹੋਵਾਂ, ਮੈਨੂੰ ਜ਼ਿੰਦਗੀ 'ਚ ਕਦੇ ਟਿਕਾ ਨਾ ਮਿਲੇ। ਇਸ ਕਰਕੇ ਮੈਂ ਅਰਦਾਸ ਇਹ ਕਰਦਾ ਕਿ ਮੇਰੇ ਤੇ ਚੰਗਾ ਸਮਾਂ ਆਇਆ, ਮੈਂ ਤਾਂ ਵੀ ਅਡੋਲ ਰਵਾਂ। ਤੇ ਸਤਿਗੁਰਾਂ, ਜੇ ਮਾੜਾ ਸਮਾਂ ਵੀ ਆ ਜਾਏ ਤੇ ਮੈਂ ਤੇਰੇ ਅੱਗੇ ਹੱਥ ਜੋੜ ਕੇ ਆਖਦਾ, ਮੈਨੂੰ ਮੰਦੇ ਵਿੱਚ ਵੀ ਡੋਲਣ ਨਾ ਦੇਈ। ਚੰਗਿਆਂ 'ਚ ਤੇ ਹਰ ਕੋਈ ਅਡੋਲ ਹੋ ਜਾਂਦਾ, ਬਾਤ ਤੇ ਮੰਦਿਆਂ ਵਿੱਚ ਅਡੋਲ ਰਹਿਣ ਦੀ ਹੈ ਨਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਇਤ ਉਤ ਕਤਹਿ ਨਾ ਡੋਲਈ ਜਿਸ ਰਾਖੈ ਸਿਰਜਣਹਾਰ। ਜਿਹਨੂੰ ਸਿਰਜਣਹਾਰ ਰੱਖ ਲੈਂਦਾ ਨਾ, ਉਹ ਇਤ ਉਤ, ਚੰਗੇ ਤੇ ਮਾੜੇ ਵਿੱਚ ਕਦੇ ਵੀ ਨਹੀਂ ਡੋਲਣ ਦਿੰਦਾ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਹੁਣ ਦੋਵਾਂ ਸ਼ਲੋਕਾਂ ਨੂੰ ਇਕੱਠਿਆਂ ਕਰਤਾ, ਜਿਹੜੇ ਉੱਪਰ ਵਿਚਾਰ ਕੇ ਆਏ ਨਾ, ਵਿਕਾਰਹਿ ਚਿਤਵਤੇ ਝੂਠੇ ਕਰਤੇ ਆਸ, ਤੇ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਇਹਨਾਂ ਦੋਵਾਂ ਸ਼ਲੋਕਾਂ ਨੂੰ ਇਕੱਠਿਆਂ ਕੀਤਾ ਭਗਤ ਜੀ ਨੇ ਤੀਜੇ ਸ਼ਲੋਕ 'ਚ। ਕਹਿੰਦੇ ਜਿਹੜੇ ਕਹਾਣੀ ਪੀੜ ਤੇ, ਕਹਾਣੀ ਨੂੰ ਕਹਿ ਸਕਦੇ ਹਾਂ ਕੋਹਲੂ, ਜਿਹੜੇ ਕੋਹਲੂ 'ਚ ਪੀੜੇ ਜਾ ਰਹੇ ਸਨ, ਉਹਨਾਂ ਨੂੰ ਸਤਿਗੁਰ ਲੀਏ ਛਡਾਏ। ਗੁਰੂ ਨੇ ਆ ਕੇ ਛਡਾ ਲਿਆ। ਹੁਣ ਇੱਥੇ ਕੋਹਲੂ ਇਹ ਨਹੀਂ ਵੀ ਉਹ ਕੋਹਲੂ 'ਚ ਪੀੜੇ ਜਾ ਰਹੇ ਸਨ, ਉਹਨਾਂ ਨੂੰ ਕੱਢਿਆ ਜਾ ਰਿਹਾ ਸੀ। ਕੋਹਲੂ ਤੋਂ ਭਾਵ ਉਹ ਵਿਕਾਰਾਂ ਦੇ ਵਿੱਚ ਪੀਸ ਰਹੇ ਸਨ, ਵਿਕਾਰਾਂ ਭਰੀ ਜ਼ਿੰਦਗੀ 'ਚ ਬਰਬਾਦ ਹੋ ਰਹੇ ਸੀ। ਉਹ ਕਹਾਣੀ ਵਿੱਚ ਪੀੜੇ ਜਾ ਰਹੇ ਸਨ, ਤੇ ਗੁਰੂ ਨੇ ਕੀ ਕੀਤਾ? ਵਿਕਾਰਾਂ ਭਰੀ ਜ਼ਿੰਦਗੀ 'ਚੋਂ ਕੱਢ ਲਿਆ। ਪਹਿਲੋਂ ਕੀ ਸੀ? ਵਿਕਾਰ ਹੈ ਚਿਤਵਤੇ, ਵਿਕਾਰਾਂ ਨੂੰ ਚਿਤਵ ਰਹੇ ਸਨ। ਤੇ ਜਿੰਨਾ ਚਿਰ ਵਿਕਾਰਾਂ ਨੂੰ ਚਿਤਵ ਰਹੇ ਸਨ, ਉਹਨਾਂ ਚਿਰ ਕੀ ਸੀ? ਕਹਾਣੀ ਪੀੜ ਤੇ, ਉਹਨਾਂ ਚਿਰ ਦੁਖੀ ਹੋ ਰਹੇ ਸੀ। ਕਹਾਣੀ ਪੀੜ ਵਿੱਚ ਪੀੜਨ ਤੋਂ ਭਾਵ ਵੀ ਦੁਖੀ ਹੋਣਾ। ਜਦੋਂ ਕਿਸੇ ਨੂੰ ਕੋਹਲੂ 'ਚ ਪੀੜਿਆ ਜਾਏਗਾ ਤੇ ਕੀ ਹੋਏਗਾ? ਅਗਲਾ ਦੁਖੀ ਹੋਏਗਾ ਨਾ। ਤੇ ਪ੍ਰਤੀਕ ਹੈ ਕਹਾਣੀ 'ਚ ਪੀੜਨਾ, ਮਤਲਬ ਦੁਖੀ ਹੋਣਾ। ਭਗਤ ਜੀ ਕਹਿੰਦੇ ਜਿੰਨਾ ਚਿਰ ਤੇ ਬੰਦਾ ਵਿਕਾਰਾਂ ਨੂੰ ਚਿਤਵ ਰਿਹਾ ਸੀ, ਉਹਨਾਂ ਚਿਰ ਸੀ ਦੁਖੀ। ਬੜੀ ਦਰਦ ਭਰੀ ਜ਼ਿੰਦਗੀ ਲੰਘਾ ਰਿਹਾ ਸੀ, ਬੜੀ ਤਕਲੀਫ ਭਰੀ ਜ਼ਿੰਦਗੀ ਸੀ, ਕਿਉਂਕਿ ਵਿਕਾਰਾਂ 'ਚ ਬੈਠਾ ਸੀ। ਫਿਰ ਕੀ ਹੋਇਆ? ਰੱਬ ਨੂੰ ਚੇਤੇ ਕਰਨਾ ਸ਼ੁਰੂ ਕਰ ਲਿਆ। ਵਿਕਾਰਾਂ ਨੂੰ ਚਿਤਵਣ ਦੀ ਬਜਾਏ ਹੁਣ ਰੱਬ ਨੂੰ ਚੇਤੇ ਕਰਨ ਲੱਗ ਪਿਆ।
ਜਦੋਂ ਰੱਬ ਨੂੰ ਚੇਤੇ ਕਰਨ ਲੱਗਿਆ, ਸਤਿਗੁਰ ਲੀਏ ਛਡਾਏ, ਗੁਰੂ ਨੇ ਬਾਹ ਫੜ ਕੇ ਕਹਾਣੀ 'ਚ ਪਿਸਦੇ ਨੂੰ ਹੀ ਕੱਢ ਲਿਆ। ਤੇ ਹੁਣ ਜਿਹੜਾ ਮਰਦਾ ਹੋਵੇ ਉਹਨੂੰ ਅਚਾਨਕ ਚਾਕੀ ਜ਼ਿੰਦਗੀ ਮਿਲ ਜਾਏ, ਉਹਦੀ ਖੁਸ਼ੀ ਦਾ ਕੋਈ ਟਿਕਾਣਾ ਹੋਏਗਾ? ਇੱਕ ਬੰਦਾ ਡੁੱਬ ਰਿਹਾ, ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਬੂਡਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਇੱਕ ਡੁੱਬਦਾ ਹੋਇਆ ਬੰਦਾ ਜਿਹਨੇ ਛੱਡਤੀ ਸੀ ਆਸ ਵੀ ਮੈਂ ਹੁਣ ਨਹੀਂ ਬਚਦਾ, ਮਰਿਆ ਹੀ ਲਓ। ਅਚਾਨਕ ਹੀ ਉਹਨੂੰ ਇੱਕ ਗੋਤਾ ਐਸਾ ਆਇਆ ਉੱਪਰ ਨੂੰ, ਉਹਨੇ ਆਪਣੀ ਜਦੋਂ ਮੁੱਖ ਨੂੰ ਕੱਢਿਆ ਪਾਣੀ ਚੋਂ ਬਾਹਰ, ਨਾ ਸਾਹਮਣੇ ਬੇੜੀ ਖੜੀ, ਤੇ ਉਹ ਬੇੜੀ ਵੇਖ ਕੇ ਨਾ ਉਹਦੇ ਸਾਹ 'ਚ ਸਾਹ ਆਏ ਵੀ ਹੁਣ ਨਹੀਂ ਮੈਂ ਮਰਦਾ, ਆ ਬੇੜੀ ਆ ਗਈ, ਮੈਂ ਬਚ ਜਾਣਾ। ਉਹਨੇ ਫਿਰ ਆਪਣਾ ਪਿਛੋਕੜ ਨਹੀਂ ਚੇਤੇ ਕਰਨਾ, ਉਹਨੇ ਇਹ ਨਹੀਂ ਵੇਖਣਾ ਕਿਵੇਂ ਡੁੱਬਿਆ, ਕਿਵੇਂ ਮੈਂ ਮਰਨਾ ਸੀ। ਉਹਨੇ ਫਟਾਫਟ ਬੇੜੀ ਉੱਤੇ ਚੜਨਾ, ਪਹਿਲੋਂ ਜ਼ਿੰਦਗੀ ਮਿਲੇ ਮੇਰੀ, ਮੈਂ ਬਚ ਜਾ। ਬੜੀ ਖੁਸ਼ੀ ਹੋਣੀ ਉਹਨੂੰ। ਬੁੱਝਦਾ ਹੋਇਆ ਦੀਵਾ ਵੀ, ਜਿਹੜਾ ਐਨ ਦੀਵਾ ਸੁੱਕ ਗਿਆ, ਵੱਟੀ ਮੱਚ ਗਈ, ਬਸ ਬੁੱਝਣ ਹੀ ਵਾਲਾ ਸੀ, ਕਿਸੇ ਨੇ ਉਪਕਾਰ ਕਰਕੇ ਤੇ ਉਹਦੇ 'ਚ ਹੋਰ ਤੇਲ ਪਾਤਾ, ਉਹਦਾ ਜੀਵਨ ਵੱਧ ਗਿਆ। ਹੁਣ ਨਹੀਂ ਬੁੱਝਦਾ, ਕਿਉਂ? ਵਿੱਚ ਤੇਲ ਪੈ ਗਿਆ। ਤੇ ਆਹੀ ਬੰਦਾ ਜਿਹੜਾ ਵਿਕਾਰਾਂ ਦੀ ਜ਼ਿੰਦਗੀ ਗੁਜ਼ਾਰਦਾ ਹੋਇਆ ਹਰ ਵਕਤ ਮੌਤ ਨੂੰ ਬੁਲਾਉਂਦਾ ਸੀ ਨਾ, ਵੀ ਮੌਤ ਹੀ ਆ ਜੇ ਏਡੂ, ਤੇ ਐਡੀ ਦੁਖੀ ਜ਼ਿੰਦਗੀ ਮੈਂ ਕੀ ਕਰਨੀ ਹੈ। ਜਦੋਂ ਕਿਤੇ ਬਹਿ ਕੇ ਰੱਬ ਨੂੰ ਚੇਤੇ ਕੀਤਾ ਨਾ, ਗੁਰੂ ਨੇ ਇਹਨੂੰ ਦੁਖੀ ਜ਼ਿੰਦਗੀ ਚੋਂ ਬਾਹਰ ਕੱਢਿਆ, ਦੁੱਖਾਂ ਭਰੇ ਜੀਵਨ ਚੋਂ ਬਾਹਰ ਕੱਢਿਆ, ਸੁੱਖ ਭਰਪੂਰ ਜ਼ਿੰਦਗੀ ਦਿੱਤੀ। ਜਦੋਂ ਸੁੱਖ ਭਰਪੂਰ ਜ਼ਿੰਦਗੀ ਦਿੱਤੀ, ਸਤਿਗੁਰ ਲੀਏ ਛਡਾਏ, ਗੁਰੂ ਨੇ ਛਡਾ ਲਿਆ। ਇਹ ਕਿੱਥੇ ਸੀ? ਕਹਾਣੀ 'ਚ ਹਰ ਵਕਤ ਪੀੜਿਆ ਜਾ ਰਿਹਾ ਸੀ, ਦੁੱਖਾਂ ਭਰੀ ਜ਼ਿੰਦਗੀ ਹਰ ਵਕਤ ਗੁਜ਼ਾਰ ਰਿਹਾ ਸੀ। ਬਰਾ ਪੂਰਬਲੀ ਪਾਵਣੀ ਪ੍ਰਗਟ ਹੋਈ ਆਏ। ਔਰ ਜਿਹੜੀ ਕਦੇ ਅੰਦਰ ਭਾਵਨਾ ਸੀ ਰੱਬ ਨੂੰ ਮਿਲਣ ਦੀ, ਗੁਰੂ ਨੂੰ ਮਿਲਣ ਦੀ, ਉਹ ਵਿਕਾਰਾਂ ਕਰਕੇ ਭਾਵਨਾ ਦੱਬੀ ਜਾ ਚੁੱਕੀ ਸੀ। ਵਿਕਾਰਾਂ ਨੇ ਇੰਨਾ ਕੁ ਜ਼ਿਆਦਾ ਉੱਪਰ ਆਪਣਾ ਪ੍ਰਭਾਵ ਪਾ ਲਿਆ, ਇੰਨੇ ਕੁ ਜ਼ਿਆਦਾ ਵਿਕਾਰ ਹਾਵੀ ਹੋ ਗਏ ਕਿ ਉਹਨਾਂ ਵਿਕਾਰਾਂ ਨੇ ਆਪਣਾ ਪ੍ਰਭਾਵ ਪਾਉਂਦਿਆਂ ਹੋਇਆਂ ਬੰਦੇ ਦੇ ਅੰਦਰਲੀ ਭਾਵਨਾ ਦਬਾ ਕੇ ਹੀ ਰੱਖਤੀ। ਰੱਬ ਨਾਲ ਜੁੜਨ ਦੀ ਭਾਵਨਾ, ਰੱਬ ਨੂੰ ਚੇਤੇ ਕਰਨ ਦੀ ਜਿਹੜੀ ਭਾਵਨਾ ਸੀ, ਉਹਨੂੰ ਦਬਾ ਕੇ ਰੱਖਤਾ। ਪਰ ਜਦੋਂ ਗੁਰੂ ਨੇ ਇੱਕ ਆਵਾਜ਼ ਸੁਣ ਕੇ ਹੀ ਛਡਾਇਆ ਨਾ, ਫਿਰ ਅੰਦਰੋਂ ਭਾਵਨਾ ਉੱਠੀ ਵੀ ਆਹ ਤੇ ਕੰਮ ਚੰਗਾ ਹੀ ਬੜਾ ਹੈ, ਵੀ ਮੈਂ ਤੇ ਐਵੇਂ ਵਿਕਾਰਾਂ 'ਚ ਜ਼ਿੰਦਗੀ ਲੰਘਾਉਂਦਾ ਦੁਖੀ ਹੁੰਦਾ ਰਿਹਾ, ਵੀ ਆ ਤੇ ਗੁਰੂ ਨੇ ਮਰਦੇ ਨੂੰ ਬਚਾ ਲਿਆ। ਉਹ ਦੁਬਾਰਾ ਭਾਵਨਾ ਪ੍ਰਗਟ ਹੋਈ, ਪਰਾ ਪੂਰਬਲੀ ਭਾਵਨੀ, ਪੂਰਬਲੀ ਭਾਵਨੀ ਜਿਹੜੀ ਪਹਿਲਾਂ ਅੰਦਰ ਭਾਵਨਾ ਸੀ ਨਾ, ਉਹ ਫਿਰ ਪ੍ਰਗਟ ਹੋਈ ਆਏ, ਦੁਬਾਰਾ ਫਿਰ ਪ੍ਰਗਟ ਹੋ ਗਈ। ਗੁਰੂ ਨੂੰ ਚੇਤੇ ਕਰਨ ਦੀ, ਗੁਰੂ ਨੂੰ, ਕਿਉਂਕਿ ਰੱਬ ਨੇ ਭਾਵਨਾ ਦੇ ਕੇ ਭੇਜੀ ਸੀ ਸਾਨੂੰ ਵੀ ਅਸੀਂ ਰੱਬ ਨੂੰ ਸਿਮਰਨਾ, ਚੇਤੇ ਕਰਨਾ। ਤੇ ਰੱਬ ਨੇ ਭਾਵਨਾ ਦੇ ਕੇ ਭੇਜੀ ਸੀ ਔਰ ਅਸੀਂ ਇਹ ਭਾਵਨਾ ਲੈ ਕੇ ਆਏ ਸਾਂ। ਪਰ ਇਸ ਸੰਸਾਰ ਤੇ ਆਏ ਨਾ ਜਦੋਂ, ਉਹ ਮਾਇਕ ਪਦਾਰਥ ਇੰਨੇ ਕੁ ਹਾਵੀ ਸਨ, ਇੰਨੇ ਕੁ ਪ੍ਰਭਾਵੀ ਸਨ, ਉਹਨਾਂ ਨੇ ਸਾਡੀ ਇਸ ਭਾਵਨਾ ਨੂੰ ਦਬਾਤਾ। ਰੱਬ ਚੇਤੇ ਹੀ ਨਹੀਂ ਆਉਣ ਦਿੱਤਾ ਸਾਨੂੰ। ਜਦੋਂ ਰੱਬ ਚੇਤੇ ਆਉਣ ਲੱਗਦਾ ਸੀ, ਉਦੋਂ ਹੀ ਕੋਈ ਨਾ ਕੋਈ ਵਿਚਾਰ ਮਨ 'ਚ ਫਿਰ ਪ੍ਰਗਟ ਹੋ ਜਾਣਾ, ਫਿਰ ਰੱਬ ਦੀ ਯਾਦ ਇੱਕ ਪਾਸੇ। ਜਦੋਂ ਰੱਬ ਨੂੰ ਚੇਤੇ ਕਰਨਾ, ਫਿਰ ਕੋਈ ਨਾ ਕੋਈ ਇੱਛਾ ਐਸੀ ਪ੍ਰਗਟ ਹੋ ਜਾਣੀ, ਰੱਬ ਦੀ ਯਾਦ ਨੂੰ ਹੀ ਫਿਰ ਇੱਕ ਪਾਸੇ ਛੱਡ ਦੇਣਾ। ਪਰ ਜਦੋਂ ਗੁਰੂ ਨੇ ਕਹਾਣੀ ਵਿੱਚ ਪਿੜਦੇ ਨੂੰ ਆ ਕੇ ਬਚਾਇਆ ਨਾ, ਫਿਰ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਉਹੀ ਭਾਵਨਾ ਮੁੜ ਪ੍ਰਗਟ ਹੋਈ, ਜਿਹੜੀ ਭਾਵਨਾ ਨੇ ਰੱਬ ਦੀ ਯਾਦ ਵਿੱਚ ਮੁੜ ਕੇ ਫਿਰ ਜੋੜਿਆ, ਤੇ ਜਿਹੜੀ ਭਾਵਨਾ ਨੇ ਇਹ ਦਰਸਾਇਆ ਕਿ ਭਾਈ ਸੁਖ ਨਾਹੀਂ ਬਹੁਤਾ ਧਨ ਖਾਟੈ, ਸੁਖ ਨਾਹੀਂ ਪੇਖੈ ਨਿਰਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸਜਣਾ ਸੁਖੀ ਤਾਂ ਹੀ ਹੋਏਗਾ ਜੇ ਰੱਬੀ ਗੁਣ ਗਾਉਣ ਦੀ ਜਾਚ ਆ ਜਾਏ। ਗੁਰੂ ਸਾਹਿਬ ਕਿਤੇ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਆਪਣਾ ਮਿਹਰ ਭਰਿਆ, ਬਖਸ਼ਿਸ਼ ਭਰਿਆ ਹੱਥ ਰੱਖਣ, ਕਿਤੇ ਸਾਡੇ ਹਿਰਦਿਆਂ ਵਿੱਚ ਵੀ ਰੱਬੀ ਯਾਦ ਵਸ ਜਾਏ,
ਤੇ ਅਸੀਂ ਵੀ ਆਪਣੇ ਹਿਰਦਿਆਂ ਦੇ ਕਰਕੇ ਅਡੋਲ ਅਵਸਥਾ ਦੇ ਮਾਲਕ ਬਣ ਜਾਈਏ। ਅਕਾਲ ਪੁਰਖ ਤੇ ਸਾਡਾ ਭਰੋਸਾ ਵਿਸ਼ਵਾਸ ਬਣ ਜਾਏ ਤੇ ਉਸ ਭਰੋਸੇ ਦੇ ਉੱਤੇ, ਉਸ ਮਾਲਕ ਦੇ ਵਿਸ਼ਵਾਸ ਉੱਤੇ ਕਿਤੇ ਜੀਵਨ ਗੁਣ ਭਰਪੂਰ ਜਿਉਣ ਦੀ ਜਾਚ ਆ ਜਾਏ, ਤਾਂ ਜੋ ਸਾਡੇ ਵੀ ਅਸੀਂ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਮਾਲਕ ਅੱਗੇ ਹਰ ਵਕਤ ਇਹ ਅਰਦਾਸ ਕਰਿਆ ਕਰੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਕਬੀਰ ਕਾਣੀ ਪੀੜ ਤੇ ਸਤਿਗੁਰ ਲਿਏ ਛਡਾਏ, ਪਰਾ ਪੂਰਬਲੀ ਪਾਵਣੀ ਪ੍ਰਗਟ ਹੋਈ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ